ਦੇਸ਼ ਵਿਦੇਸ਼ ਵਿੱਚ ਬਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਸਵਿੰਦਰ ਦੂੜਾ ਖਾਸ ਮੁਲਾਕਾਤ ਲੈ ਕੇ ਤੁਹਾਡੇ ਸਨਮੁਖ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਇਹ ਪ੍ਰੋਗਰਾਮ ਸਾਡਾ ਇੱਕ ਖਾਸ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਕਰਾਉਣਾ ਹੁੰਦਾ ਹੈ ਤੇ ਅੱਜ ਦੀ ਸਾਡੀ ਸ਼ਖਸੀਅਤ ਹੈ ਜੋ ਨੌਜਵਾਨ ਸ਼ਾਇਰ ਹਰਪ੍ਰੀਤ ਡਰੋਲੀ ਜੀ। ਹਰਪ੍ਰੀਤ ਡਰੋਲੀ ਜੀ ਦੇ ਬਾਰੇ ਮੈਂ ਥੋੜਾ ਜਿਹਾ ਦੱਸ ਦੇਵਾਂ। ਇਹ ਸੰਗੀਤ ਦੇ ਨਾਲ ਜੁੜੇ ਹੋਏ ਹਨ ਤੇ ਅੱਜ ਸੰਗੀਤ ਦੀ ਐਮਏ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਆਪਣੀ ਕਵਿਤਾ ਦੀ ਰਚਨਾ ਕਰ ਰਹੇ ਹਨ ਤੇ ਆਪਾਂ ਬਾਕੀ ਗੱਲਾਂ ਹਰਪ੍ਰੀਤ ਡਰੋਲੀ ਜੀ ਨਾਲ ਹੀ ਕਰਦੇ ਹਾਂ। ਹਰਪ੍ਰੀਤ ਡਰੋਲੀ ਜੀ, ਸਾਡੇ ਚੈਨਲ ਬਾਜ ਟੀਵੀ ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਸ਼ੁਕਰਾਨੇ ਕਰਦਾ ਹਾਂ ਬਾਜ ਟੀਵੀ ਦੇ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੀ, ਬਹੁਤ ਵੱਡਾ ਹੁੰਗਾਰਾ ਦਿੱਤਾ। ਸੋ ਪਹਿਲੀ ਦਫਾ ਆਪ ਜੀ ਦੇ ਇਸ ਪ੍ਰੋਗਰਾਮ 'ਚ ਖਾਸ ਮੁਲਾਕਾਤ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਮੈਂ ਖਾਸ ਤੁਹਾਡੇ ਲਈ ਜਸਵਿੰਦਰ ਸਰ ਜੀ ਆਪ ਜੀ ਲਈ ਦੋ ਸ਼ਬਦ ਪੇਸ਼ ਕਰਨਾ ਚਾਹੁੰਦਾ ਹਾਂ, ਕਿਉਂਕਿ ਜਦੋਂ ਸਾਡੀ ਪਹਿਲੀ ਮੁਲਾਕਾਤ ਹੋਈ ਸੀ ਉਹ ਬੜੇ ਹੀ ਆਮ ਜਿਹੇ ਢੰਗ ਨਾਲ ਇੱਕ ਟਾਈਪਰਾਈਟਰ ਦੀ ਦੁਕਾਨ ਦੇ ਉੱਤੇ ਆਫਿਸ ਦੇ ਵਿੱਚ ਅਸੀਂ ਮਿਲੇ ਸੀ ਜੀ। ਸੋ ਟਾਈਪਰਾਈਟਰ ਨਾਲ 10-15 ਮਿੰਟ ਬੈਠਾ ਰਿਹਾ, ਪਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਸੇ ਤਰ੍ਹਾਂ ਦੀ ਜੀ। ਤੁਸੀਂ ਆਉਂਦੇ ਆ, ਤੁਹਾਡੇ ਨਾਲ ਪਹਿਲਾਂ ਕੋਈ ਮੁਲਾਕਾਤ ਨਹੀਂ, ਕੋਈ ਗੱਲਬਾਤ ਨਹੀਂ ਜੀ, ਤੇ ਇੱਕ ਗੱਲ ਤੁਰਦੀ ਆ, ਉਸ ਤੋਂ ਬਾਅਦ ਹੌਲੀ ਹੌਲੀ ਗੱਲ ਕਵਿਤਾ ਵੱਲ ਜਾਂਦੀ ਹੈ। ਕਿੱਡਾ ਸੁਭਾਵਿਕ ਪ੍ਰਮਾਤਮਾ ਵੱਲੋਂ ਬਖਸ਼ਿਸ਼, ਇੱਕ ਕਹਿ ਲਓ ਕਿ ਉਹਨਾਂ ਦੀ ਦੇਣ ਆ ਕਿ ਸਾਨੂੰ ਉਹਨਾਂ ਨੇ ਮਿਲਾਇਆ ਜੀ। ਸੋ ਮੈਂ ਪੇਸ਼ ਕਰਦਾ ਕਿ ਕਹਿਣਾ ਚਾਹੁੰਦਾ ਹਾਂ ਕਿ ਆਪ ਜੀ ਲਈ ਦੋ ਸ਼ਬਦ, ਜਿੱਦਾਂ ਤੁਸੀਂ ਮਿਲੇ ਹੋ ਸਾਨੂੰ ਜੀ। ਕੁਦਰਤ ਵੀ ਖੁਸ਼ ਨਾਲੇ ਖਿੜਿਆ ਅੰਬਰ ਜੀ, ਕੁਦਰਤ ਵੀ ਖੁਸ਼ ਨਾਲੇ ਖਿੜਿਆ ਅੰਬਰ, ਇੰਜ ਲੱਗਦਾ ਹੈ ਅੱਜ ਖਾਸ ਕੋਈ ਦਿਨ ਹੈ ਜੀ। ਇੱਕ ਮੁਸਕਰਾਹਟ ਤੁਹਾਡੀ ਕਾਇਨਾਤ ਰੋਸ਼ਨਾਵੇ, ਆਬ ਸ਼ਾਰ ਸਾਰੇ ख्वाब ਫਿੱਕੇ ਤੁਹਾਡੇ ਬਿਨ। ਕਿਆ ਬਾਤ ਹੈ, ਬਹੁਤ ਵਧੀਆ ਜੀ। ਦਰਸ਼ਕੋ, ਹਰਪ੍ਰੀਤ ਹੁਣੀ ਮੈਨੂੰ ਇੱਕ ਟਾਈਪਰਾਈਟਰ ਦੀ ਦੁਕਾਨ ਤੇ ਮਿਲੇ ਸੀ, ਇਹਨਾਂ ਦੇ ਨਾਲ ਮੁਲਾਕਾਤ ਹੋਈ। ਨਹੀਂ ਮੈਨੂੰ ਦੱਸਿਆ ਵੀ ਮੈਂ ਕਵਿਤਾ ਲਿਖਦਾ ਹਾਂ, ਪਰ ਮੈਂ ਕਿਤੇ ਵੀ ਜਿਹੜਾ ਮੈਨੂੰ ਪਲੇਟਫਾਰਮ ਨਹੀਂ ਵਧੀਆ ਮਿਲਿਆ ਜਿਹੜਾ ਮੈਂ ਦਰਸ਼ਕਾਂ ਦੇ ਰੂਬਰੂ ਹੋ ਸਕਾਂ। ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਸਾਡਾ ਆਪਣਾ ਜਿਹੜਾ ਬਾਜ ਟੀਵੀ ਦਾ ਜਿਹੜਾ ਹੈਗਾ ਪਲੇਟਫਾਰਮ ਬਹੁਤ ਵਧੀਆ, ਇਹਨਾਂ ਨੂੰ ਆਪਾਂ ਦਰਸ਼ਕਾਂ ਦੇ ਰੂਬਰੂ ਕਰੀਏ। ਇਹ ਗੱਲ ਉਦੋਂ ਦੀ ਕਰ ਰਹੇ ਸੀ ਕਿ ਤੇ ਮੈਂ ਇਹਨਾਂ ਨੂੰ ਉਦੋਂ ਸੱਦਾ ਪੱਤਰ ਦਿੱਤਾ ਸੀਗਾ ਵੀ ਤੁਸੀਂ ਆਓ ਸਾਡੇ, ਜਦੋਂ ਵੀ ਤੁਹਾਡਾ ਟਾਈਮ ਲੱਗਦਾ। ਉਦੋਂ ਇਹ ਬਿਜੀ ਸੀਗੇ, ਅੱਜ ਤੋਂ 2-3 ਮਹੀਨਿਆਂ ਦੀ ਪਹਿਲੀ ਗੱਲ ਆ ਕਿ ਪੜ੍ਹਾਈ ਦੇ ਵਿੱਚ ਸੀਗੇ ਆਪਣੇ ਬਿਜੀ ਤੇ ਆ ਨਹੀਂ ਸਕੇ। ਅੱਜ ਹੀ ਨਹੀਂ ਵੀ ਟਾਈਮ ਕੱਢਿਆ, ਅੱਜ ਆਪਾਂ ਤੁਹਾਡੇ ਨਾਲ ਇਹਨਾਂ ਦੀ ਰੂਬਰੂ ਕਰਾਉਂਦੇ ਹਾਂ। ਹਰਪ੍ਰੀਤ ਜੀ, ਗੱਲ ਆਪਾਂ ਜਿਸ ਤਰ੍ਹਾਂ ਤੁਸੀਂ ਕੀਤੀ ਕਵਿਤਾ ਦੀ ਕੀਤੀ ਆ, ਮੇਰੇ ਨਾਲ ਮੁਲਾਕਾਤ ਹੋਈ ਆ, ਉਦੋਂ ਤੁਹਾਡੀਆਂ ਮੈਂ ਕਵਿਤਾ ਸੁਣੀਆਂ ਵੀ ਸੀ, ਚੰਗੀਆਂ ਵਧੀਆ ਲੱਗੀਆਂ ਸੀ। ਹੁਣ ਆਪਾਂ ਗੱਲ ਕਰਦੇ ਜਿਹੜੀ ਕਵਿਤਾ ਸ਼ੁਰੂ ਹੁੰਦੀ ਆ, ਇੱਕ ਨੌਜਵਾਨ ਸ਼ਾਇਰ ਜਦੋਂ ਸ਼ੁਰੂ ਕਰਦਾ ਕਵਿਤਾ, ਉਹ ਜ਼ਿਆਦਾਤਰ ਜਿਹੜੇ ਆ ਬਹੁਤੀ ਵਾਰ ਪਿਆਰ ਮੁਹੱਬਤ ਦੀ ਕਵਿਤਾ ਹੁੰਦੀ ਆ ਜਾਂ ਫਿਰ ਰੋਣ ਧੋਣ ਦੀ ਕਵਿਤਾ ਹੁੰਦੀ ਆ ਵੀ ਆਪਣੇ ਕਹਿ ਲਓ ਇਸ਼ਕ ਮਸ਼ੂਕ ਦੀ ਗੱਲ ਕਰ ਲਓ ਹੋਰ, ਤੇ ਜਾਂ ਫਿਰ ਜਿਹੜੀ ਆ ਅੱਜ ਕੱਲ੍ਹ ਦੀ ਪੀੜ੍ਹੀ ਕਹਿ ਲਓ ਬਹੁਤੀ ਉਹ ਗੀਤਾਂ ਦੇ ਵੱਲ ਰੁਝਾਨ ਆ, ਉਹ ਰਫਲਾਂ ਦੀ ਗੱਲ, ਬੰਦੂਕਾਂ ਦੀ ਗੱਲ, ਹਥਿਆਰਾਂ ਦੀ ਗੱਲ ਜਾਂ ਲੱਚਰਤਾ ਦੀ ਗੱਲ। ਤੁਹਾਡੀ ਜਿਹੜੀ ਕਵਿਤਾ ਸ਼ੁਰੂ ਹੁੰਦੀ ਆ ਜਦੋਂ, ਉਹ ਕਿਹੜਾ ਰੰਗ ਸੀ ਉਹਦਾ ਪਹਿਲਾ ਕਵਿਤਾ ਦਾ, ਕਿੱਥੋਂ ਸ਼ੁਰੂ ਹੁੰਦੀ ਆ ਤੇ ਉਹਦੇ ਰੰਗ ਦਾ ਕਿਸ ਰੰਗ ਦੀ ਕਵਿਤਾ ਸੀਗੀ ਤੁਹਾਡੀ? ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆ ਜੀ ਜੀ ਜੀ। ਸੋ ਕਵਿਤਾ ਬਾਰੇ ਸਰ ਹੁਣੀ ਪੁੱਛਿਆ ਆ। ਸੋ ਮੇਰੀ ਕਵਿਤਾ ਕੋਈ ਖਾਸ ਪਿਆਰ ਮੁਹੱਬਤ ਜਾਂ ਜਿੱਦਾਂ ਦੇ ਤੁਸੀਂ ਲਫ਼ਜ਼ ਬੋਲਿਆ ਇੱਦਾਂ ਦੀ ਕੋਈ ਕਵਿਤਾ ਨਹੀਂ ਜੀ। ਮੇਰੀ ਕਵਿਤਾ ਜ਼ਿਆਦਾਤਰ ਕੁਦਰਤ ਨਾਲ ਜੁੜੀ ਕਵਿਤਾ ਆ, ਤੇ ਮੈਂ ਕਹਿਣਾ ਚਾਹੁੰਦਾ ਕਿ ਮੇਰੀ ਸਟਾਰਟਿੰਗ ਵੀ ਉੱਥੋਂ ਹੀ ਹੋਈ ਆ। ਸੋ ਇਹਦਾ ਮੈਂ ਸਬੂਤ ਥੋੜਾ ਦੇਣਾ ਚਾਹੁੰਦਾ ਆ ਜੀ। ਆਪਾਂ ਇੱਕ ਦਰਸ਼ਕੋ ਇਹਨਾਂ ਦੀ ਹਰਪ੍ਰੀਤ ਉਹਨਾਂ ਦੀ ਨਾਲ ਕਵਿਤਾ ਵੀ ਸੁਣ ਲੈਂਦੇ ਆ ਵੀ ਜਿਹੜਾ ਕਿਹੋ ਜਿਹਾ ਰੰਗ ਸੀਗਾ ਇਹਨਾਂ ਦੀ ਪਹਿਲੀ ਕਵਿਤਾ ਦਾ। ਹਾਂਜੀ, ਇਹ ਮੈਂ ਸਬੂਤ ਦੇਣਾ ਚਾਹੁੰਦਾ ਕਿ ਮੈਂ ਅਕਸਰ ਹੀ ਕਵਿਤਾਵਾਂ ਦੀ ਵਗਦੀ ਨਦੀ ਕਿਨਾਰੇ ਬੈਠਾ ਰਹਿੰਦਾ ਹਾਂ, ਬੜੀ ਹੀ ਗੌਰ ਨਾਲ ਕਵਿਤਾਵਾਂ ਆਉਂਦੀਆਂ ਜਾਂਦੀਆਂ ਵੇਂਦਾ ਹਾਂ। ਮੈਂ ਅਕਸਰ ਹੀ ਕਵਿਤਾਵਾਂ ਦੀ ਵਗਦੀ ਨਦੀ ਕਿਨਾਰੇ ਬੈਠਾ ਰਹਿੰਦਾ ਹਾਂ, ਦੂਰ ਤੋਂ ਆਵਾਜ਼ ਦਿੰਦੀ ਹੈ ਮੈਂ ਆ ਰਹੀ ਹਾਂ, ਕਿਨਾਰਿਆਂ ਨਾਲ ਟਕਰਾ ਕੇ ਸਾਜ਼ ਵਜਾ ਕੇ ਗਾ ਰਹੀ ਹਾਂ ਜੀ। ਕੀ ਬਾਤ ਹੈ, ਬਹੁਤ ਵਧੀਆ। ਛੇਤੀ ਆ ਕੋਈ ਨਜ਼ਮ ਸੁਣਾ ਮੈਂ ਕਹਿੰਦਾ ਹਾਂ ਜੀ, ਮੈਂ ਅਕਸਰ ਹੀ ਕਵਿਤਾਵਾਂ ਦੀ ਵਗਦੀ ਨਦੀ ਕਿਨਾਰੇ ਬੈਠਾ ਰਹਿੰਦਾ। ਬਹੁਤ ਵਧੀਆ ਜੀ। ਬੜੇ ਹੀ ਪਿਆਰ ਨਾਲ ਰੁਬਾਈ ਗਜ਼ਲ ਗੀਤ, ਬੜੇ ਹੀ ਪਿਆਰ ਨਾਲ ਰੁਬਾਈ ਗਜ਼ਲ ਗੀਤ ਅਤੇ ਕਾਫੀਏ ਰਦੀਫ ਲਹਿਰਾਉਂਦੇ ਆਉਂਦੇ ਨੇ ਜੀ। ਬੜੇ ਹੀ ਪਿਆਰ ਨਾਲ ਰੁਬਾਈ ਗਜ਼ਲ ਗੀਤ ਅਤੇ ਕਾਫੀਏ ਰਦੀਫ ਲਹਿਰਾਉਂਦੇ ਆਉਂਦੇ ਨੇ, ਤੇ ਬੜੀ ਹੀ ਬੇਸਬਰੀ ਨਾਲ
ਮੇਰੇ ਵੱਲ ਆਉਂਦੇ ਨੇ, ਜੀ। ਦੇਖ ਇਹਨਾਂ ਦੀ ਹਸਤੀ, ਦੇਖ ਇਹਨਾਂ ਦੀ ਹਸਤੀ, ਆਪ ਮੈਂ ਢਹਿੰਦਾ ਹਾਂ, ਜੀ। ਮੈਂ ਅਕਸਰ ਹੀ ਕਵਿਤਾਵਾਂ ਦੀ ਵਗਦੀ ਨਦੀ ਕਿਨਾਰੇ ਬੈਠਾ ਰਹਿੰਦਾ ਹਾਂ। ਬਹੁਤ ਵਧੀਆ, ਕੀ ਬਾਤ ਹੈ। ਸਹਿਜੇ ਸਹਿਜੇ ਲਾਗੇ ਆ ਕੇ ਮੇਰੇ ਪਿੰਡੇ ਛਿੱਟੇ ਪਾ ਕੇ, ਨਾਲ ਅੱਖਰਾਂ ਦੇ ਭਿਗੋ ਕੇ, ਕੋਈ ਸੁਪਨੇ ਨਵੇਂ ਸੰਜੋ ਕੇ, ਮੈਂ ਫਿਰ ਤੋਂ ਕਲਮ ਚੁੱਕਦਾ ਤੇ ਉਹਦੇ ਵੱਲ ਵਹਿੰਦਾ ਹਾਂ, ਤੇ ਲਿਖਦਾ ਰਹਿੰਦਾ ਹਾਂ, ਲਿਖਦਾ ਰਹਿੰਦਾ ਹਾਂ, ਲਿਖਦਾ ਰਹਿੰਦਾ ਹਾਂ। ਉਹ ਕਿਹੜੇ ਹੁਣ ਰਾਹ ਜਾਂਦੀ, ਤਾਂ ਹੀ ਹਰਪ੍ਰੀਤ ਸ਼ਾਇਰ ਬਣ ਮੈਂ ਬਹਿੰਦਾ ਹਾਂ, ਮੈਂ ਅਕਸਰ ਕਵਿਤਾਵਾਂ ਦੀ ਵਗਦੀ ਨਦੀ ਕਿਨਾਰੇ ਬੈਠਾ ਰਹਿੰਦਾ ਹਾਂ ਜੀ, ਬੈਠਾ ਰਹਿੰਦਾ ਜੀ। ਬਹੁਤ ਵਧੀਆ ਜਿਹੜੀ ਕਵਿਤਾ ਤੁਸੀਂ ਵਿਸਤਾਰ ਨਾਲ ਦੱਸਿਆ ਕਿ ਜਿਹੜੀ ਮੇਰੀ ਕਵਿਤਾ ਦੇ ਰੰਗ ਜਿਹੜੇ ਸਮਾਜਿਕ ਦੀ ਜਾਂ ਕੁਦਰਤ ਦੇ ਨਾਲ ਸੰਬੰਧਿਤ ਆ, ਜਿਹੜੇ ਸ਼ੁਰੂਆਤੀ ਰੰਗ ਆ, ਨਾ ਕਿ ਜਿਹੜੀ ਆ ਰੋਣ ਧੋਣ ਦੇ ਨਾਲ, ਹਥਿਆਰਾਂ ਦੇ ਨਾਲ ਸੰਬੰਧਿਤ ਨਹੀਂ ਕਰਕੇ। ਤੇ ਹਰਪ੍ਰੀਤ ਦੀ ਜਿਹੜੀ ਕਵਿਤਾ ਜਦੋਂ ਸ਼ੁਰੂ ਹੁੰਦੀ ਹੈ ਜੀ, ਜਿਹੜੀ ਸ਼ੁਰੂਆਤੀ ਕਵਿਤਾ, ਪਹਿਲੀਆਂ ਕਵਿਤਾ ਲਿਖੀਆਂ, ਤੇ ਉਹ ਕਦੋਂ ਕੁ ਸ਼ੁਰੂ ਹੁੰਦੀਆਂ, ਕਿਹੜੀ ਕਲਾਸ ਵਿੱਚ ਪੜ੍ਹਦੇ ਸੀਗੇ, ਜਾਂ ਕਿਹਨੂੰ ਪ੍ਰੇਰਨਾ ਸਰੋਤ ਕੌਣ ਸੀ, ਕਿਸ ਨੂੰ ਪੜ੍ਹਿਆ ਸੀ ਜਾਂ ਕਿਸ ਨੂੰ ਦੇਖਿਆ ਸੀਗਾ ਕਵਿਤਾ ਲਿਖਦੇ ਹੋਏ, ਜਾਂ ਘਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਲਾਗੇ ਛਾਗੇ ਮਾਹੌਲ ਉਸ ਤਰ੍ਹਾਂ ਦਾ ਸਾਹਿਤਕ ਸੀ ਕਿ ਜਿਹੜੀ ਤੁਸੀਂ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਮੈਂ ਵੀ ਇਹ ਕਵਿਤਾ ਲਿਖ ਸਕਦਾ, ਜਾਂ ਉਹਨਾਂ ਦੀ ਪੜ੍ਹੀ ਹੋਈ ਕਵਿਤਾ ਕਰਕੇ? ਜੀ। ਆਪਾਂ ਜੇ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਜਿਹੜਾ 0% ਆਪਾਂ ਨੂੰ ਇਦਾਂ ਦਾ ਮਿਲਿਆ, ਕਿਉਂਕਿ ਬਚਪਨ ਦੇ ਵਿੱਚ ਜਦੋਂ ਅਸੀਂ ਘਰ ਵਿਚਰਦੇ ਹਾਂ, ਰਹਿੰਦੇ ਹਾਂ, ਆਪਣੇ ਮਾਤਾ ਪਿਤਾ ਨੂੰ ਦੇਖ ਕੇ, ਭੈਣ ਭਰਾ ਨੂੰ ਦੇਖ ਕੇ, ਆਂਢ ਗੁਆਂਢ ਐਰਾ ਗੋਰਾ ਦੇਖ ਕੇ ਆਪਾਂ ਉੱਦਾਂ ਦੇ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਇਹ ਕਵਿਤਾ ਨੂੰ, ਨਜ਼ਮ ਨੂੰ, ਗਜ਼ਲ ਨੂੰ, ਇਹ ਸਭ ਨੂੰ ਮੈਂ ਪ੍ਰਮਾਤਮਾ ਦੀ ਖਾਸ ਬਖਸ਼ਿਸ਼ ਕਹਿੰਦਾ ਆ ਕਿ ਜਿਹੜਾ ਮੇਰਾ ਇਧਰ ਨੂੰ ਧਿਆਨ ਗਿਆ ਤੇ ਇਹ ਮੈਂ ਲਿਖਣੀ ਸ਼ੁਰੂ ਕੀਤੀ। ਸੋ ਖਾਸ ਤੁਸੀਂ ਕਲਾਸ ਪੁੱਛਿਆ ਵੇ, ਕੋਈ ਕਿਹੜੀ ਕਲਾਸ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਇਦਾਂ ਦੀ ਕੁਝ ਯਾਦ ਨਹੀਂ ਕਿ ਕਿਹੜੀ ਕਲਾਸ ਵਿੱਚ, ਲੇਕਿਨ ਛੋਟੀ ਉਮਰ ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ। ਚਾਹੇ ਉਹ ਕਵਿਤਾ ਉਮਦਾ ਹੋਵੇ, ਚਾਹੇ ਛੋਟੇ ਲੈਵਲ ਦੀ ਹੋਵੇ, ਚਾਹੇ ਵੱਡੇ ਲੈਵਲ ਦੀ ਹੋਵੇ, ਕੋਈ ਇਸ ਵੱਲ ਮੈਂ ਧਿਆਨ ਨਹੀਂ ਦਿੱਤਾ। ਅੱਜ ਇੱਕ ਅੱਖਰ, ਕੱਲ ਇੱਕ ਲਾਈਨ, ਪਰਸੋਂ ਇੱਕ ਪੇਜ, ਏਦਾਂ ਹੌਲੀ ਹੌਲੀ ਜੋ ਮੈਂ ਲਿਖਣਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਹੀ ਸੁਣਨਾ ਸ਼ੁਰੂ ਕੀਤਾ, ਸੁਰਜੀਤ ਪਾਤਰ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ, ਤੇ ਹੋਰ ਜਿਹੜੇ ਵੱਡੇ ਉਮਦਾ ਸ਼ਾਇਰ ਆ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ, ਤਜਮੁਲ ਕਲੀਮ ਸਾਹਿਬ ਤੇ ਪਾਕਿਸਤਾਨ ਦੇ ਸ਼ਾਇਰਾਂ ਨੂੰ ਸੁਣਨਾ ਸ਼ੁਰੂ ਕੀਤਾ। ਖਾਸ ਤੌਰ ਤੇ ਤੁਸੀਂ ਸੁਣਿਆ ਹੋਣਾ ਡਾਕਟਰ ਸਤਿੰਦਰ ਸਰਤਾਜ ਸਾਹਿਬ, ਬਿਲਕੁਲ, ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ, ਤੇ ਉਹਨਾਂ ਦੀ ਛਾਪ ਜ਼ਿਆਦਾਤਰ ਮੇਰੇ ਉੱਪਰ ਆ, ਕਿਉਂਕਿ ਬਾਕੀ ਜੋ ਸ਼ਾਇਰ ਆ ਬਹੁਤ ਅੱਛੇ ਸ਼ਾਇਰ ਆ, ਪਰ ਸਤਿੰਦਰ ਸਰਤਾਜ ਸਾਹਿਬ ਜਿਹੜੇ ਆ ਉਹ ਇਹ ਅੱਛੀ ਕਲਮ ਨੂੰ ਨਜ਼ਮਬੱਧ ਕਰਕੇ ਸਾਡੇ ਸਾਹਮਣੇ, ਨੌਜਵਾਨਾਂ ਦੇ ਸਾਹਮਣੇ ਜਦੋਂ ਪੇਸ਼ ਕਰਦੇ ਆ, ਤਾਂ ਮੈਂ ਕਹਿੰਦਾ ਕਿ ਕਵਿਤਾ ਨਾਲ, ਨਜ਼ਮ ਨਾਲ ਤੇ ਪਿਆਰ ਪੈਣਾ ਹੀ ਆ। ਬਿਲਕੁਲ ਬਿਲਕੁਲ, ਉਹ ਤਾਂ ਗੱਲ ਹੈ, ਪੈਣਾ ਹੀ ਆ। ਨਹੀਂ, ਆਪਾਂ ਗੱਲ ਕਰਦੇ ਸੀ ਕਿ ਜਦੋਂ ਪਹਿਲੀ ਕਵਿਤਾ ਲਿਖੀ ਸੀਗੀ, ਤੁਹਾਨੂੰ ਯਾਦ ਆ ਵੀ ਛੋਟੇ ਜਿਹੇ, ਜਦੋਂ ਮੰਨ ਲਓ ਤੁਸੀਂ ਗੱਲ ਕਰਦੇ ਆ ਕਿ ਮੈਂ ਇਹ ਨਹੀਂ ਦੇਖਿਆ ਵੀ ਕੀ ਲਿਖ ਰਿਹਾ ਆ, ਬਸ ਲਿਖਣਾ ਸ਼ੁਰੂ ਕਰਤਾ, ਪ੍ਰੈਕਟਿਸ ਸੀ। ਜਦੋਂ ਪ੍ਰੈਕਟਿਸ ਦੀ ਸ਼ੁਰੂਆਤੀ ਕਿੰਨੀਆਂ ਕਵਿਤਾ ਪ੍ਰੈਕਟਿਸ ਦੀਆਂ ਸ਼ੁਰੂ ਕੀਤੀਆਂ, ਤਾਂ ਫਿਰ ਲੱਗਣ ਲੱਗ ਗਿਆ ਕਿ ਹੁਣ ਇਹ ਕਵਿਤਾ ਬਣ ਗਈ, ਜਾਂ ਗਿਆਨ ਹੋ ਗਿਆ ਜੋ ਮੈਂ ਲਿਖਦਾ, ਇਹ ਗੀਤ ਸੀਗਾ ਜਾਂ ਕਵਿਤਾ ਸੀ ਜਾਂ ਗਜ਼ਲ ਸੀਗੀ, ਵੰਨਗੀ ਦੇ ਤੌਰ ਤੇ ਪਹਿਚਾਣ ਹੋ ਗਈ, ਜਾਂ ਕਿਸੇ ਨੇ ਪਹਿਚਾਣ ਕਰਵਾਤੀ, ਇਸ ਤਰ੍ਹਾਂ ਦਾ ਕੋਈ ਯਾਦ ਹੋ ਗਈ? ਬਹੁਤ ਘੱਟ ਸਰ, ਬਹੁਤ ਘੱਟ। ਇਹ ਕਵਿਤਾ ਲਿਖਣੀ ਸ਼ੁਰੂ ਕੀਤੀ ਵਕਫਾ ਪਾ ਕੇ, ਜੋ ਕਵਿਤਾ ਲਿਖੀ ਕੋਈ ਲਗਾਤਾਰਤਾ ਉਹਦੇ ਵਿੱਚ ਨਹੀਂ ਸੀ, ਇਸ ਕਰਕੇ ਉਹ ਕਵਿਤਾਵਾਂ ਮੇਰੇ ਕੋਲ ਸਾਂਭੀਆਂ ਵੀ ਨਹੀਂ ਗਈਆਂ। ਸਕੂਲੇ ਪੜ੍ਹਦੇ ਸਾਂ ਤੇ ਕਾਪੀ ਦੇ ਪਿੱਛੇ ਲਿਖ ਲੈਣਾ, ਕਿਤਾਬਾਂ ਕਾਪੀ ਦੇ ਪਿੱਛੇ ਰਹਿ ਗਈਆਂ ਤੇ ਲਿਖ ਲੈਣਾ, ਜਾਂ ਕੋਈ ਯਾਰ ਦੋਸਤ ਦੀ ਕਾਪੀ, ਜਦੋਂ BA ਗ੍ਰੈਜੂਏਸ਼ਨ ਕਰਦੇ ਸੀ ਉਦੋਂ ਜ਼ਿਆਦਾਤਰ ਏਦਾਂ ਸੀਗਾ ਕਿ ਜਿਹੜੀ ਕਾਪੀ ਦੇਖੀ ਉਹਦੇ ਪਿੱਛੇ ਲਿਖ ਦੇਣਾ, ਪਰ ਉਹ ਚੀਜ਼ਾਂ ਮੇਰੇ ਤੋਂ ਸਾਂਭੀਆਂ ਨਹੀਂ ਗਈਆਂ। ਪਰ ਇੱਕ ਮੈਂ ਲਫ਼ਜ਼ ਡਾਇਰੀ ਆਪਣੀ ਹੁਣ ਸ਼ੁਰੂ ਕੀਤੀ ਆ, ਉਹਦਾ ਨਾਮ ਲਫ਼ਜ਼ ਲਿਖਿਆ ਆ ਬਕਾਇਦਾ, ਉਹਦੇ ਉੱਤੇ ਡਾਕਟਰ ਸਤਿੰਦਰ ਸਰਤਾਜ ਸਾਹਿਬ ਦੇ ਸਾਈਨ ਆ, ਉਹਨਾਂ ਨੇ ਆਪਣੇ ਪਿਆਰ ਭਰੇ ਜਿਹੜੇ ਅਸੀਸਾਂ ਸਾਨੂੰ ਬਖਸ਼ਿਸ਼ ਕੀਤੀਆਂ, ਤੇ ਮੇਰੇ ਜਿਨ੍ਹਾਂ ਨੂੰ ਮੈਂ ਚਾਹੁੰਦਾ ਆ ਉਹਨਾਂ ਦੇ ਮੈਂ ਆਟੋਗ੍ਰਾਫ ਲੈਣ ਦੀ ਕੋਸ਼ਿਸ਼ ਕੀਤੀ ਆ। ਸੋ ਸਾਰਿਆਂ ਦੇ ਨੇ। ਤੇ ਗੱਲ ਆਪਾਂ ਫਿਰ ਮੁੜ ਕੇ ਕਵਿਤਾ ਤੇ ਰੱਖਦੇ ਆ ਕਿ ਕਵਿਤਾ ਜਿਹੜੀ ਆ ਜਦੋਂ ਲਿਖਦੇ ਆ ਤੁਸੀਂ, ਕਵਿਤਾ ਲਿਖਣ ਦਾ ਕੋਈ ਇੱਕ ਘਟਨਾ ਦੇਖੀ ਜਾਂ ਕੋਈ ਮਨ ਦੇ ਵਿੱਚ ਆਇਆ ਕਿ ਆ ਸੁੰਦਰ ਚੀਜ਼ ਦੇਖੀ, ਜਾਂ ਉਹ ਦੁਖਾਂਤ ਦੇਖਿਆ, ਜਾਂ ਕੋਈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੋਈ ਦ੍ਰਿਸ਼ ਆ ਗਿਆ ਸਾਹਮਣੇ, ਕਵਿਤਾ ਉਹ ਉੱਥੇ ਵੀ ਕਈ ਵਾਰੀ ਕਵਿਤਾ ਬਣ ਜਾਂਦੀ ਹੈ, ਕਵਿਤਾ ਲਿਖਦੇ ਮਨ ਕਰਦਾ ਹੈ। ਤੁਸੀਂ ਜਿਹੜੀ ਤੁਹਾਡੀ ਕਵਿਤਾ ਆ, ਜਿਹੜੀ ਉਹ ਸਿਰਜਣਾ ਹੁੰਦੀ ਆ, ਕਦੋਂ ਹੁੰਦੀ, ਕਿਸ ਤਰ੍ਹਾਂ ਤੁਸੀਂ ਜਿਹੜੀ ਸਿਰਜਣਾ ਜਿਹੜੀ ਕਵਿਤਾ ਦੀ ਕਰਦੇ ਹੋ? ਕੋਈ ਸਮਾਂ ਵੱਧਿਆ ਕਿ ਮੈਂ ਸ਼ਾਮ ਨੂੰ ਲਿਖਣਾ, ਤਕਾਲਾ ਨੂੰ ਲਿਖਣਾ, ਜਾਂ ਕਿਤੇ ਬੈਠ ਕੇ ਵੀ ਆ ਮੈਨੂੰ ਹੁਣ ਡਿਸਟਰਬ ਨਾ ਕਰਿਓ, ਜਾਂ ਕਿਤੇ ਇਕਾਂਤ ਵਿੱਚ ਜਾ ਕੇ, ਜਾਂ ਤੁਰੇ ਫਿਰਦੇ ਕਵਿਤਾ ਲਿਖ ਲੈਂਦੇ ਹੋ? ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਜਿਹੜੀ ਆ ਕਵਿਤਾ ਦੀ ਇਹ ਆਮਦ ਹੁੰਦੀ ਕਰਕੇ? ਕਵਿਤਾ
ਕੋਈ ਖਾਸ ਸਮਾਂ ਨਹੀਂ ਕਹਿ ਸਕਦੇ ਅਸੀਂ ਇਹ, ਕਿਉਂਕਿ ਤੁਸੀਂ ਵੀ ਬੜੇ ਵੱਡੇ ਸ਼ਾਇਰ ਹੋ, ਤੁਹਾਡੀਆਂ ਵੀ ਜਿਹੜੀਆਂ ਕਵਿਤਾਵਾਂ ਛਪਦੀਆਂ ਆ, ਤੁਸੀਂ ਵੀ ਸ਼ਾਇਰ ਆ ਜੀ। ਸੋ ਕਵਿਤਾ ਦਾ ਕੋਈ ਖਾਸ ਸਮਾਂ ਨਹੀਂ, ਜਦੋਂ ਜ਼ਿਹਨ ਵਿੱਚ ਆ ਗਈ ਕਵਿਤਾ ਅਸੀਂ ਉਦੋਂ ਪੇਸ਼ ਕਰਦੇ ਹਾਂ। ਕਿਉਂਕਿ ਮੈਂ ਲਿਖਿਆ ਸੀ, ਸੋਚ ਕਵਿਤਾ ਨੂੰ ਜਨਮ ਦਿੰਦੀ ਹੈ, ਸੋਚ ਕਵਿਤਾ ਨੂੰ ਜਨਮ ਦਿੰਦੀ ਹੈ ਜੀ। ਕਵਿਤਾ ਦੀ ਪ੍ਰਾਰੰਭਤਾ ਤੋਂ ਬਾਅਦ ਕਵਿਤਾ ਸੋਚ ਨੂੰ ਜਨਮ ਦਿੰਦੀ ਹੈ। ਅਸੀਂ ਸੋਚ ਕੇ ਕੁਝ ਲਿਖਦੇ ਹਾਂ, ਪਰ ਜਦੋਂ ਕਵਿਤਾ ਸ਼ੁਰੂ ਹੁੰਦੀ ਆ ਤੇ ਉਸ ਤੋਂ ਬਾਅਦ ਕਵਿਤਾ, ਮੈਂ ਸੋਚਦਾ ਕਿ ਕਈ ਸੋਚਾਂ ਨੂੰ ਜੋ ਅਸੀਂ ਸੋਚ ਵੀ ਨਹੀਂ ਸਕਦੇ, ਨਾਰਮਲ ਮਾਈਂਡ ਜੋ ਸਾਡਾ ਨਹੀਂ ਸੋਚਦਾ, ਉਹ ਕਵਿਤਾ ਦੀ ਪ੍ਰਾਰੰਭਤਾ ਤੋਂ ਬਾਅਦ ਉਹ ਸੋਚ ਸਕਦਾ ਹੈ ਜੀ। ਤੁਸੀਂ ਸੰਗੀਤ ਨਾਲ ਵੀ ਜੁੜੇ ਹੋ ਜੀ, ਜਿਹੜੀਆਂ ਤੁਸੀਂ ਐਮਏ ਜਿਹੜੀ ਸੰਗੀਤ ਦੀ ਕੀਤੀ ਤੇ ਆਪਾਂ ਤੁਹਾਡੀ ਪੜ੍ਹਾਈ ਲਿਖਾਈ ਬਾਰੇ ਤਾਂ ਬਾਅਦ ਦੇ ਵਿੱਚ ਆਉਂਦੇ ਆ। ਪਹਿਲਾਂ ਆਪਾਂ ਇੱਕ ਕਵਿਤਾ ਦੇ ਬਾਰੇ ਤੁਹਾਡੀ ਗੱਲ ਚੱਲਦੀ ਹੈ ਤੇ ਇੱਕ ਦਰਸ਼ਕਾਂ ਨਾਲ ਤੁਹਾਡੀ ਕਵਿਤਾ ਦੀ ਸਾਂਝ ਪਾ ਲੈਂਦੇ ਆ। ਤੁਸੀਂ ਆਪਣੀ ਜਿਹੜੀ ਮਨਪਸੰਦ ਦੀ, ਜਿਹੜੀ ਤੁਹਾਨੂੰ ਚੰਗੀ ਲੱਗਦੀ ਕਵਿਤਾ, ਲੱਗਦਾ ਕਿ ਵੀ ਇਹ ਦਰਸ਼ਕਾਂ ਦੇ ਰੂਬਰੂ ਕਰਨੀ ਚਾਹੀਦੀ ਹੈ, ਸਭ ਤੋਂ ਪਹਿਲਾਂ ਆਪਾਂ ਉਹ ਕਵਿਤਾ ਸੁਣਦੇ ਆ। ਹਾਂਜੀ, ਤੇ ਇੱਕ ਕਵਿਤਾ ਆਓ ਦਰਸ਼ਕੋ, ਇੱਕ ਕਵਿਤਾ ਜਿਹੜੀ ਆ ਆਪਾਂ ਹਰਪ੍ਰੀਤ ਉਹਨਾਂ ਕੋਲ ਸੁਣਦੇ ਆ, ਇੱਕ ਇਹੋ ਜਿਹੇ ਰੰਗ ਲੈ ਕੇ ਆਉਂਦੇ ਸਾਡੇ ਸਾਹਮਣੇ, ਆ ਦੇਖਦੇ ਆ। ਹਾਂਜੀ ਹਰਪ੍ਰੀਤ ਜੀ। ਕਵਿਤਾ ਸਾਰੇ ਅਲੱਗ ਜਿਹੀ ਹੈ, ਕੋਈ ਵਾਰਤਾਲਾਪ ਹੈ, ਕਿਉਂਕਿ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਕਵਿਤਾ ਕਿਉਂ ਲਿਖਦੇ ਆ ਜੀ, ਇਹ ਕਿਉਂ ਆਪਣੇ ਮਨ ਦੀਆਂ ਭਾਵਾਂ ਨੂੰ ਦੱਸਦੇ ਆ। ਹੂਬਹੂ ਇਸੇ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਸੀ ਤੇ ਮੈਂ ਲਿਖਿਆ ਸੀ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਹੈ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਹੈ, ਕਿਉਂ ਚੜ੍ਹ ਚੁਬਾਰੇ ਹਸਤੀ ਆਪਣੀ ਦਿਖਾਉਂਦਾ ਹੈ, ਦੱਬੇ ਰਹਿਣ ਦੇ ਲਫ਼ਜ਼ ਜੋ ਚੱਲਦੇ ਨਾਲ ਤੇਰੇ ਜੀ, ਦੱਬੇ ਰਹਿਣ ਦੇ ਲਫ਼ਜ਼ ਜੋ ਚੱਲਦੇ ਨਾਲ ਤੇਰੇ, ਤੂੰ ਦਿਨੋਂ ਦਿਨੀ ਕਿਉਂ ਇਹਨਾਂ ਦੀ ਦੌੜ ਲਗਾਉਂਦਾ ਹੈ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਹੈ ਜੀ। ਬਹੁਤ ਵਧੀਆ। ਕਲਮ ਨੂੰ ਕਲਮ ਜੇ ਬਾਹਰੀ ਮੰਨ ਕੇ ਛੇੜਾਂਗਾ, ਕਲਮ ਨੂੰ ਕਲਮ ਜੇ ਬਾਹਰੀ ਮੰਨ ਕੇ ਛੇੜਾਂਗਾ, ਫਿਰ ਅੰਦਰੋਂ ਆਉਂਦੀ ਮਹਿਕ ਨੂੰ ਕਿਵੇਂ ਉਘੇੜਾਂਗਾ, ਮੇਰਾ ਆਪਾ ਆਖੂ ਆਪੇ ਤੋਂ ਕੀ ਲੁਕਾਉਂਦਾ ਏ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਏ ਜੀ। ਤੁਹਾਡੇ ਇਸ ਸਵਾਲ ਤੋਂ ਬਾਅਦ ਮੈਂ ਪੰਨੇ ਫਰੋਲੇ ਨੇ, ਤੁਹਾਡੇ ਇਸ ਸਵਾਲ ਤੋਂ ਬਾਅਦ ਮੈਂ ਪੰਨੇ ਫਰੋਲੇ ਨੇ, ਤੁਸੀਂ ਵੀ ਗੌਰ ਨਾਲ ਪੜ੍ਹਨਾ ਜੋ ਭੇਦ ਮੈਂ ਖੋਲੇ ਨੇ, ਮੇਰਾ ਇੱਕ ਇੱਕ ਪੰਨਾ ਲਿਖਿਆ, ਮੇਰਾ ਇੱਕ ਇੱਕ ਲਿਖਿਆ ਪੰਨਾ, ਸੁਣਿਓ ਕੀ ਗਾਉਂਦਾ ਏ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਏ। ਇਹ ਮੇਰਾ ਪਸੰਦੀਦਾ ਸ਼ੇਅਰ ਹੈ ਜਿਹੜਾ ਹੁਣ ਮੈਂ ਬਿਆਨ ਕਰ ਰਿਹਾ। ਇਰਸ਼ਾਦ। ਰੱਖਾਂ ਆਸ ਸੂਝ ਇਹ ਕੁੰਡੀ ਚੌਂਕੜਾ ਖੋਲ ਦੇਵੇ, ਕੀ ਬਾਤ ਹੈ। ਰੱਖਾਂ ਆਸ ਸੂਝ ਇਹ ਕੁੰਡੀ ਚੌਂਕੜਾ ਖੋਲ ਦੇਵੇ, ਮਨ ਬਹੁਤਾ ਮੋਨ ਨਾ ਰੱਖੇ, ਛੇਤੀ ਬੋਲ ਦੇਵੇ। ਕੀ ਬਾਤ ਹੈ, ਬਹੁਤ ਅੱਛੇ। ਗੌਰ ਕਰਨੀ, ਰੱਖਾਂ ਆਸ ਸੂਝ ਇਹ ਕੁੰਡੀ ਚੌਂਕੜਾ ਖੋਲ ਦੇਵੇ, ਮਨ ਬਹੁਤਾ ਮੋਨ ਨਾ ਰੱਖੇ, ਛੇਤੀ ਬੋਲ ਦੇਵੇ, ਫੇ ਖੁਦ ਨੂੰ ਖੁਦ ਦੀਆਂ ਲਿਖਤਾਂ ਪੜ੍ਹ ਸਮਝਾਉਂਦਾ ਏ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਏ ਜੀ। ਬਹੁਤ ਜਿਨ੍ਹਾਂ ਸੇਧ ਦੇਣੀ ਹੋਵੇ ਜੱਗ ਨੂੰ, ਉਹਨਾਂ ਕੂਕਦੇ ਨੇ, ਜੋ ਲਫ਼ਜ਼ ਨੇ ਲਿਖ ਉਘੇੜਨ ਉਹੀ ਸ਼ੂਕਦੇ ਨੇ ਜੀ, ਫਿਰ ਬਾਵਾ ਸਾਹਿਬ ਕੋਈ ਬਣ ਇਹ ਤਰਤ ਹਿਲਾਉਂਦਾ ਏ, ਕਿਸੇ ਪੁੱਛਿਆ ਤੂੰ ਲਿਖਣਾ। ਬਹੁਤ ਅੱਛੇ, ਬਹੁਤ ਵਧੀਆ। ਆਖਰੀ ਸ਼ੇਰ ਹੈ ਜੀ, ਇਰਸ਼ਾਦ। ਸੋਚਿਓ ਤੁਸੀਂ ਵੀ ਲਿਖਤ ਰਾਹੀਂ ਹੀ ਬੋਲਿਓ, ਉਹਨਾਂ ਨੇ ਵੀ ਸ਼ਾਇਰੀ ਦੇ ਵਿੱਚ ਮੈਨੂੰ ਇਹ ਕੁਐਸਚਨ ਪੁੱਟ ਕੀਤਾ ਸੀ ਜੀ। ਸੋਚਿਓ ਤੁਸੀਂ ਵੀ ਲਿਖਤ ਰਾਹੀਂ ਹੀ ਬੋਲਿਓ, ਫਿਰ ਲਫ਼ਜ਼ਾਂ ਦਾ ਰੱਖ ਗਿਆਨ ਕਿਉਂ ਬਣਦੇ ਭੋਲੇ ਹੋ। ਕੀ ਬਾਤ ਹੈ। ਪੁੱਛਿਆ ਵਿੱਚ ਡਰੋਲੀ, ਪੁੱਛਿਆ ਵਿੱਚ ਡਰੋਲੀ ਰਹਿ ਕਿਉਂ ਹਰਪ੍ਰੀਤ ਕਹਾਉਂਦਾ ਏ, ਕਿਸੇ ਪੁੱਛਿਆ ਤੂੰ ਲਿਖਣਾ ਕਿਉਂ ਚਾਹੁੰਦਾ ਹੈ। ਬਹੁਤ ਅੱਛੇ, ਬਹੁਤ ਉਮਦਾ ਜਿਹੜੀ ਕਿਸਮ ਦੀ ਕਵਿਤਾ ਸੁਣਾਈ ਤੁਸੀਂ, ਵਧੀਆ। ਤੇ ਇਹ ਸਵਾਲ ਮੇਰੇ ਮਨ ਦੇ ਵਿੱਚ ਵੀ ਸੀ ਕਿ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਕਵਿਤਾ ਕਿਉਂ ਲਿਖਦੇ ਹੋ। ਉਹਦਾ ਜਵਾਬ ਤੁਸੀਂ ਪਹਿਲਾਂ ਹੀ ਮੈਨੂੰ ਦੇ ਦਿੱਤਾ ਵੀ ਮੈਂ ਕਵਿਤਾ ਇਸ ਕਰਕੇ ਲਿਖ ਦਿੰਦਾ। ਤੇ ਜਦੋਂ ਕਵਿਤਾ ਲਿਖਦੇ ਆ ਆਪਾਂ ਸ਼ੁਰੂ ਕਰਦੇ, ਲਿਖਣੀ ਸ਼ੁਰੂ ਕਰ ਦਿੱਤੀ, ਪਹਿਲਾਂ ਯਾਰਾਂ ਦੋਸਤਾਂ ਨੂੰ ਸੁਣਾਈ ਆ, ਕਈ ਵਾਰੀ ਯਾਰ ਦੋਸਤ ਕਹਿੰਦੇ ਆ ਕਿ ਆਹ ਬਹੁਤ ਸੋਹਣੀ ਕਵਿਤਾ ਆ, ਜਾਂ ਹੋਰ ਵੀ ਆਪਾਂ ਜਿਹੜੇ ਆਪਣੇ ਸੁਨੇਹੀਆਂ ਨੂੰ ਸੁਣਾਉਂਦੇ ਆ, ਪਰ ਜਦੋਂ ਕਿਸੇ ਅਖਬਾਰ ਨੂੰ ਜਾਂ ਰਸਾਲੇ ਨੂੰ ਭੇਜਦੇ ਆ ਉਹ ਸ਼ਬਦ ਹੀ ਨਹੀਂ, ਉਦੋਂ ਮਨ 'ਚ ਕੀ ਲੱਗਦਾ ਕਿ ਜਾਂ ਕਿਤੇ ਆਪਾਂ ਹੋਰ ਉਹਦੇ ਪ੍ਰਸਾਰਨ ਲਈ ਪ੍ਰਕਾਰ ਦੇ ਭੇਜਦੇ ਮਨ 'ਚ ਫਿਰ ਕੀ ਆਉਂਦਾ ਕਿ ਮੇਰੀ ਕਵਿਤਾ ਦੇ ਵਿੱਚ ਕਾਹਤੇ ਨਹੀਂ ਛਪੀ, ਉਹਦੇ ਵੱਲ ਦੌੜ ਭੱਜ ਕਰਦੇ ਹੋ ਕੋਈ ਪਹਿਲਾਂ ਤਾਂ ਇਹ ਕਿ ਛਪੀਆਂ ਕਦੋਂ ਛਪੀਆਂ ਸ਼ੁਰੂ ਹੋਈਆਂ ਤੁਹਾਡੀਆਂ ਕਵਿਤਾਵਾਂ, ਜਿੰਨੀਆਂ ਕਿ ਛਪੀਆਂ ਉਹ ਕਿੱਥੇ ਛਪੀਆਂ, ਤੇ ਇਹ ਗੱਲਾਂ ਆਪਾਂ ਨਾਲ ਦੀ ਨਾਲ ਕਰਦੇ ਰਹਾਂਗੇ। ਇਹਨਾਂ ਗੱਲਾਂ ਦੇ ਸਵਾਲਾਂ ਦੇ ਜਵਾਬ ਆਪਾਂ ਇੱਕ ਬ੍ਰੇਕ ਤੋਂ ਬਾਅਦ ਲਵਾਂਗੇ। ਸਮਾਂ ਹੋਇਆ ਇੱਕ ਬ੍ਰੇਕ ਦਾ। ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਬਸ ਗਏ ਤੇ ਆਏ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬੜੇ ਰਹੋ। ਆਪਾਂ ਹਰਪ੍ਰੀਤ ਹੋਣਾ ਦੇ ਨਾਲ ਇੱਦਾਂ ਦੀਆਂ ਕਵਿਤਾ ਬਾਰੇ, ਇਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਾਂਗੇ। ਬਸ 2 ਮਿੰਟਾਂ ਬਾਅਦ ਹੀ ਅਸੀਂ ਆਏ।
The Long Island Punjabi Circle present Free Vaisakhi Mela in Hicksville, New York. जी हाँ, free ਮੇਲਾ with free entry to bring our culture back. ਇਸ ਮੇਲੇ ਦੇ ਵਿੱਚ ਤੁਸੀਂ ਆਨੰਦ ਮਾਣ ਸਕਦੇ ਹੋ ਲਾਈਵ 뮤직 ਕਨਸਰਟ ਦਾ by one and only Golden Star ਮਲਕੀਤ ਸਿੰਘ। ਅਤੇ ਆਨੰਦ ਮਾਣ ਸਕਦੇ ਹੋ kids activities, live performances and many vendors. So ਹੁਣ ਹੀ ਡੇਟ ਤੇ ਲੋਕੇਸ਼ਨ ਨੋਟ ਕਰੋ ਸੰਡੇ 15 ਮਈ 2022 12 ਵਜੇ ਤੋਂ ਲੈ ਕੇ 6 ਵਜੇ ਤੱਕ at the parking lot at Barsley Street, Hicksville, New York. For more information, call the numbers appearing on the screen. ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਹੋ ਗੁੜ ਨਾਲੋਂ ਇਸ਼ਕ ਮਿੱਠਾ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇਨਕਮ ਟੈਕਸਸ ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ, ਐਲੀਜੀਬਲ ਹੋ, it can be a complicated issue. Get it done professionally and filing it electronically. Come to a person with more than 20 years of experience. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਗਡੂਰਾ ਰੀਅਲ ਐਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਐਸਟੇਟ। ਇਸ ਕੋਲ ਭਰੋਸੇਮੰਦ ਰੀਅਲ ਐਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gadura MBA, President and Owner, Gadura Mortgage, number 7186400444। ਗਲੋਬਲ ਫਰਾਈਟ ਕਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ। ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਖਾਸ ਮੁਲਾਕਾਤ ਇੱਕ ਵਾਰੀ ਫਿਰ ਸਵਾਗਤ। ਅੱਜ ਸਾਡੇ ਮਹਿਮਾਨ ਨੇ ਹਰਪ੍ਰੀਤ ਡੋਲੀ ਜੀ,
ਡੋਲੀ ਜੀ ਗੱਲ ਚੱਲ ਰਹੀ ਸੀ ਆਪਣੀ ਗੱਲ ਕਵਿਤਾ ਦੀ ਛਪਣ ਦੀ ਜੀ। ਵੀ ਤੁਸੀਂ ਜਦੋਂ ਕਵਿਤਾ ਲਿਖਦੇ ਹੋ ਦੋਸਤ ਮਿੱਤਰ ਕਹਿੰਦੇ ਆ ਕਿ ਬਹੁਤ ਵਧੀਆ ਲਿਖੀ ਆ, ਜਾਂ ਹੋਰ ਆਪਣੇ ਜੇ ਕਿਸੇ ਨੂੰ ਸੁਣਾਓ ਸੀਨੀਅਰ ਬੰਦੇ ਨੂੰ, ਜਾਂ ਉਹ ਕਹਿੰਦੇ ਵੀ ਵਧੀਆ ਵਧੀਆ, ਉਹ ਵੀ ਮਨ ਕਰਦਾ ਕਿ ਇਹਨੂੰ ਹੁਣ ਛਪਣਾ ਚਾਹੀਦਾ, ਛਪਾਉਣਾ ਚਾਹੀਦਾ ਕਿਸੇ ਮੈਗਜ਼ੀਨ 'ਚ, ਰਸਾਲੇ ਜਾਂ ਅਖਬਾਰ ਦੇ ਵਿੱਚ, ਜਾਂ ਕਿਤੇ ਹੋਰ ਮੀਡੀਆ ਰਾਹੀਂ ਇਹਨਾਂ ਨੂੰ ਆਪਾਂ ਦਰਸ਼ਕਾਂ ਦੇ ਰੂਬਰੂ ਕਰਨਾ ਚਾਹੀਦਾ। ਤੁਹਾਡੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੋਇਆ ਹੋਊਗਾ ਕਿ ਮੈਂ ਆਹ ਜਿਹੜੀ ਕਵਿਤਾ ਲਿਖੀ ਆ ਹੁਣ ਮੈਂ ਇਹਨੂੰ ਲੋਕਾਂ ਦੇ ਰੂਬਰੂ ਕਰ ਦੇਵਾਂ, ਕਿ ਜ਼ਿਆਦਾ ਜਿਹੜੇ ਸੁਣਾਉਣ ਵਾਲਿਆਂ ਨੂੰ ਸੁਣਾਤੀ ਆਪਣੇ ਦਾਇਰੇ ਦੇ ਵਿੱਚ ਜਿਹੜੀ ਆ ਵੀ ਇਹਦਾ ਦਾਇਰਾ ਵਧੇ। ਕੋਈ ਇਸ ਤਰ੍ਹਾਂ ਦੀ ਵੀ ਜਿਹੜੀ ਕਵਿਤਾ ਦੀ ਘਟਨਾ ਸ਼ੁਰੂ ਕੀਤੀ, ਭੇਜੀ ਜਾਂ ਛਪੀ ਨਹੀਂ, ਮਨ ਤੇ ਕਿਸ ਤਰ੍ਹਾਂ ਦਾ ਫਿਰ ਹੋਇਆ, ਮਹਿਸੂਸ ਹੋਇਆ, ਲੱਗਿਆ ਜੀ? ਕਵਿਤਾ ਜਦੋਂ ਤੁਸੀਂ ਬੋਲਿਆ ਕਿ ਕਿਸੇ ਰਸਾਲੇ ਵਿੱਚ ਜਾਂ ਵੈਸੇ ਤਾਂ ਕਿਤਾਬਾਂ ਦੇ ਵਿੱਚ, ਮੈਗਜ਼ੀਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਤੇ ਛਪੀਆਂ ਵੀ ਹੈ, ਜਿੱਦਾਂ ਸਿਆੜ ਦਾ ਪੱਤਨ 6 ਫਰਵਰੀ ਨੂੰ ਉਹ ਕਿਤਾਬ ਤੁਹਾਡੀ ਮੌਜੂਦਗੀ ਵਿੱਚ ਸਾਂਝਾ ਸੰਗ੍ਰਹਿ ਜਿਹੜਾ ਸੀ ਉਹਦੇ ਵਿੱਚ ਸ਼ਾਮਲ ਸੀ। ਹਾਂਜੀ ਜੀ। ਹੋਰ ਸੁਰ ਸਰਵਣ ਜਿਹੜੀ ਹੈ ਮੈਗਜ਼ੀਨ ਦੇ ਵਿੱਚ ਛਪਿਆ। ਤੁਸੀਂ ਅਖਬਾਰ ਦੀ ਗੱਲ ਕੀਤੀ ਆ, ਕੋਸ਼ਿਸ਼ ਚੱਲ ਰਹੀ ਆ ਤੇ ਸਟਾਰਟ ਕੀਤਾ ਆ ਕਿ ਕਿਸੇ ਨਾਲ ਗੱਲਬਾਤ ਹੋਵੇ। ਸੋ ਇੱਕ ਜਿਹੜੀ ਨਜ਼ਮ ਮੈਂ ਉਹਨਾਂ ਨੂੰ ਦਿੱਤੀ ਸੀ, ਫਿਲਹਾਲ ਛਪੀ ਨਹੀਂ, ਖਾਸ ਵਾਢੀਆਂ ਦੇ ਉੱਤੇ, ਕਣਕ ਦੇ ਉੱਤੇ, ਵਿਸਾਖ ਮਹੀਨਾ ਚੱਲਦਾ, ਵਿਸਾਖ ਨੂੰ ਮੱਦੇ ਨਜ਼ਰ ਰੱਖਦੇ ਇਹ ਕਵਿਤਾ ਲਿਖੀ ਸੀ, ਪਰ ਹਾਲੇ ਤੱਕ ਰਿਸਪੌਂਸ ਬਹੁਤ ਘੱਟ ਆ। ਜੀ ਜੀ, ਨਹੀਂ ਉਹ ਜੇ ਕਿਸੇ ਦੀ ਜਾਣ ਪਹਿਚਾਣ ਦੀ ਤਾਂ ਅਖਬਾਰਾਂ ਦੇ ਵਿੱਚ ਲੋੜ ਨਹੀਂ ਹੁੰਦੀ ਕੋਈ, ਤੁਸੀਂ ਭੇਜੋ ਰਚਨਾ, ਜਿਹੜੀਆਂ ਚੰਗੀਆਂ ਰਚਨਾਵਾਂ ਅਖਬਾਰਾਂ ਵਾਲੇ ਲਾਉਂਦੇ, ਸਾਹਿਤਕ ਪੰਨੇ ਉਹਦੇ ਵਿੱਚ ਛਪਦੇ ਆ ਜਿਹੜੇ ਲੱਗ ਜਾਂਦੀਆਂ, ਤੇ ਹੋ ਸਕਦਾ ਤੁਹਾਡੀ ਕਵਿਤਾ ਉਹਨਾਂ ਤੱਕ ਪਹੁੰਚੀ ਨਾ ਹੋਵੇ, ਜਾਂ ਮੇਲ ਦਾ ਜਾਂ ਕਿਸੇ ਐਡਰੈਸ ਦਾ ਕੋਈ ਨਾ ਕੋਈ ਫਰਕ ਪੈ ਗਿਆ ਹੋਵੇ, ਤੇ ਆਪਾਂ ਉਹ ਕਵਿਤਾ ਚਲੋ ਜੇ ਨਹੀਂ ਵੀ ਛਪੀ ਤਾਂ ਜਿਹੜੀਆਂ ਵਾਢੀਆਂ ਹੁਣ ਚੱਲ ਹੀ ਰਹੀਆਂ, ਸਮਝ ਲਓ ਖਤਮ ਤੇ ਤੇ ਆਪਾਂ ਉਹ ਦਰਸ਼ਕਾਂ ਨਾਲ ਤੁਹਾਡੀ ਕਵਿਤਾ ਇੱਥੇ ਇਸ ਪਲੇਟਫਾਰਮ ਤੋਂ, ਬਾਜ ਟੀਵੀ ਦੇ ਪਲੇਟਫਾਰਮ ਤੋਂ ਸਾਂਝੀ ਕਰ ਲੈਂਦੇ ਆ ਆਪਾਂ। ਉਹ ਜਿਹੜੀ ਕਵਿਤਾ ਜਿਹੜੀ ਵਾਢੀਆਂ ਤੇ ਤੁਸੀਂ ਆਪਣਾ ਰੰਗ ਦਰਸ਼ਕਾਂ ਨਾਲ ਸਾਂਝਾ ਕਰੋ। ਪਹਿਲਾਂ ਤਾਂ ਸ਼ੁਕਰਾਨਾ ਕਿ ਜਿੱਥੇ ਮਿਹਨਤ ਕਰਦੇ ਸੀ ਜੀ ਉਹ ਮੈਂ ਕਿਹਾ ਕਿ ਜਾਣ ਪਛਾਣ ਤੋਂ ਬਿਨਾਂ ਨਹੀਂ ਹੁੰਦਾ ਜੀ, ਤੇ ਤੁਸੀਂ ਇਹ ਮੌਕਾ ਦਿੱਤਾ ਉਸ ਕਵਿਤਾ ਨੂੰ ਜੀ। ਬਿਲਕੁਲ ਜੀ। ਕਵਿਤਾ ਦਾ ਨਾਮ ਹੈ ਕਣਕ। ਕੱਲ ਹਰਿਓ ਭਰਿਓ ਜਿਹੀ ਲੱਗਦੀ ਸੀ, ਵਿੱਚ ਖੁਸ਼ੀਆਂ ਦੇ ਸੀ ਟਹਿਲ ਰਹੀ, ਅੱਜ ਆਪਣਾ ਆਪ ਗਵਾ ਕੇ ਜੀ ਲੱਗੇ ਸੋਹਣੇ ਰੰਗੇ ਮਹਿਲ ਜਾਈ। ਕੀ ਬਾਤ ਹੈ, ਕੀ ਬਾਤ ਹੈ। ਕੱਲ ਹਰਿਓ ਭਰਿਓ ਜੇ ਲੱਗਦੀ ਸੀ, ਕੀ ਤਸ਼ਵੀਰ ਹੈ, ਦੇਸੀ ਟਹਿਲ ਰਹੀ, ਅੱਜ ਆਪਣਾ ਆਪ ਮੁਕਾ ਕੇ ਤੂੰ ਲੱਗੇ ਸੋਹਣੇ ਰੰਗੇ ਮਹਿਲ ਜਾਈ। ਮਹਿਲ ਜੀ ਵਾਕਈ ਬਹੁਤ ਸੋਹਣੀ। ਹਾਂਜੀ। ਪਹਿਲਾ ਬੀਜ ਬੀਜਿਆ ਤੇਰਾ ਮੈਂ, ਫਿਰ ਪੁੱਤਾਂ ਵਾਂਗੂ ਪਾਲਿਆ ਸੀ, ਯਾਦ ਆਉਂਦੀ ਅੱਧੀਆਂ ਰਾਤਾਂ ਨੂੰ, ਮੈਨੂੰ ਕਈ ਫਿਕਰਾਂ ਨੇ ਖਾ ਲਿਆ ਸੀ, ਕਿਉਂਕਿ ਟੂਬਲ ਤੇ ਬਿਲਕੁਲ ਲਾਈਟ ਜਿਹੜੀ ਆ ਉਹ ਜ਼ਿਆਦਾਤਰ ਰਾਤ ਨੂੰ ਛੱਡੀ ਜਾਂਦੀ ਹੈ। ਉਹਦਾ ਵੀ ਜਿਹੜੀ ਫਸਲ ਦੀ ਰਾਖੀ ਕਰਨੀ ਆ ਬੜੀ ਹਾਂਜੀ ਹੈਗੀ ਆ। ਹਾਂਜੀ ਜੀ। ਪਹਿਲਾਂ ਬੀਜ ਬੀਜਿਆ ਤੇਰਾ ਮੈਂ ਜੀ, ਫਿਰ ਪੁੱਤਾਂ ਵਾਂਗੂ ਪਾਲਿਆ ਸੀ, ਯਾਦ ਆਉਂਦੀ ਅੱਧੀਆਂ ਰਾਤਾਂ ਨੂੰ, ਮੈਨੂੰ ਕਈ ਫਿਕਰਾਂ ਨੇ ਖਾ ਲਿਆ ਸੀ, ਛੋਟੀ ਤੋਂ ਵੱਡਿਆ ਕੀਤਾ ਮੈਂ, ਹਰ ਵਕਤ ਹੀ ਰੱਖ ਕੇ ਖਿਆਲ ਤੇਰਾ, ਕੀ ਫਲੀ ਭੂਤ ਤੂੰ ਹੋਵੇਂਗੀ, ਇਹੀ ਰੱਬ ਤੋਂ ਸੀ ਸਵਾਲ ਮੇਰਾ। ਕੀ ਬਾਤ ਹੈ, ਬਹੁਤ ਅੱਛੇ ਜੀ। ਅੱਜ ਵਿਸਾਖ ਮਹੀਨਾ ਚੜਿਆ ਏ, ਤੂੰ ਮੋਈ ਮਨ ਹੈ ਨੱਚ ਰਿਹਾ ਜੀ। ਖੁਸ਼ੀ ਹੁੰਦੀ ਹੈ ਕਿ ਕਣਕ ਸਾਡੀ ਪੱਕ ਗਈ ਆ ਜੀ, ਪਰ ਉਹਦਾ ਜਿਹੜਾ ਅੰਤਿਮ ਸਮਾਂ ਹੁੰਦਾ ਹੈ। ਅੱਜ ਵਿਸਾਖ ਮਹੀਨਾ ਚੜਿਆ ਏ, ਤੂੰ ਮੋਈ ਮਨ ਹੈ ਨੱਚ ਰਿਹਾ, ਹੁਣ ਪਾਲ ਕੇ ਤੈਨੂੰ ਵੱਢਣਾ ਏ, ਸੋਚ ਰੋਂਦਾ ਨਹੀਂ ਮੈਂ ਹੱਸ ਰਿਹਾ। ਜਦੋਂ ਅਸੀਂ ਕਿਸੇ ਨੂੰ ਮਾਰਦੇ ਆ ਜਾਂ ਕੁਛ ਵੀ ਆ, ਕੋਈ ਏਦਾਂ ਦਾ, ਪਰ ਉਹ ਜਿਹੜੀ ਆਪਾਂ ਉਹਦਾ ਅੰਤ ਨਹੀਂ, ਉਹਦਾ ਗਾਂ ਜਿਹੜੀ ਆ ਉਹ ਜਿਹੜੀ ਕਣਕ ਦੀ ਆ ਉਹ ਵਿਸਥਾਰ ਆ, ਗਾਂ ਉਹਦੀ ਜਿਹੜੀ ਆ ਉਤਪਾਦਨ ਦੀ ਹੈਗੀ ਆ, ਪੋਜ਼ਿਟਿਵ ਆ। ਹਾਂਜੀ ਬਿਲਕੁਲ ਜੀ ਜੀ। ਤੇ ਲਾਸਟ ਇਹਦਾ ਜੋ ਸਟੈਂਜਾ ਆ ਜੀ, ਬਣ ਲਾਸ਼ ਕਣਕ ਵੀ ਹੱਸ ਰਹੀ, ਕਿੱਡੀ ਵੱਡੀ ਗੱਲ ਹੈ ਜੀ ਜੀ। ਬਣ ਲਾਸ਼ ਕਣਕ ਵੀ ਹੱਸ ਰਹੀ, ਕੰਮ ਹਰਪ੍ਰੀਤ ਦੇ ਆਈ ਏ, ਹੁਣ ਵਿੱਚ ਟਰੋਲੀ ਪੀ ਚੱਕੀ ਤੇ ਕਣਕ ਭੁੱਖ ਸਭਨਾ ਦੀ ਮਿਟਾਈ ਹੈ। ਕੀ ਬਾਤ ਹੈ, ਬਹੁਤ ਅੱਛੇ, ਸਭਨਾ ਦੀ ਮਿਟਾਈ, ਬਹੁਤ ਵਧੀਆ। ਤੇ ਕਣਕ ਦੇ ਨਾਲ ਜਿਹੜੀ ਆ ਇਸ ਮਹੀਨੇ ਦੇ ਨਾਲ ਸੰਬੰਧਿਤ ਜਿਹੜਾ ਗੀਤ ਲਿਖਿਆ ਬਹੁਤ ਵਧੀਆ, ਜਿਹੜੇ ਵਿਚਾਰ ਸੀਗੇ ਆਪਣੇ ਪੇਸ਼ ਕੀਤੇ। ਤੇ ਕਵਿਤਾ ਦੇ ਨਾਲ ਨਾਲ ਆਪਾਂ ਗੱਲ ਕਰਦੇ ਆ ਤੁਹਾਡੀ ਪੜ੍ਹਾਈ ਲਿਖਾਈ ਦੀ ਵੀ ਜੀ। ਜਿਹੜੀ ਪੜ੍ਹਾਈ ਲਿਖਾਈ ਹਰਪ੍ਰੀਤ ਦੀ ਸ਼ੁਰੂਆਤ ਕਿੱਥੋਂ ਹੁੰਦੀ, ਪ੍ਰਾਇਮਰੀ ਕਿੱਥੋਂ ਹੁੰਦੀ ਆ, ਤੇ ਉਸ ਤੋਂ ਬਾਅਦ ਹਾਈ, ਸੀਨੀਅਰ ਸੈਕੰਡਰੀ ਜਾਂ ਐਮਏ ਵਗੈਰਾ ਦੀ ਜਿਹੜੀ ਆ ਉਹ ਸਾਰਾ ਵਿਸਤਾਰ ਦੇ ਨਾਲ ਆਪਾਂ ਦਰਸ਼ਕਾਂ ਨਾਲ ਸਾਂਝ ਪਾਉਂਦੇ। ਤੁਹਾਡੀ ਜਿਹੜੀ ਸ਼ੁਰੂਆਤੀ ਦਿਨ ਜਿਹੜੀ ਪੜ੍ਹਾਈ ਕਿੱਥੋਂ ਸ਼ੁਰੂ ਹੁੰਦੀ ਜੀ? ਸੋ ਮੇਰਾ ਪਿੰਡ ਡਰੋਲੀ ਕਲਾਂ ਜੀ, ਆਦਮਪੁਰ ਦੇ ਨਜ਼ਦੀਕ, ਜ਼ਿਲ੍ਹਾ ਜਲੰਧਰ ਜੀ। ਸੋ ਪਿੰਡ ਦੇ ਵਿੱਚ ਹੀ ਪ੍ਰਾਇਮਰੀ ਸਕੂਲ ਦੇ ਵਿੱਚੋਂ 5ਵੀਂ ਤੱਕ ਪੜ੍ਹੇ ਆ, ਉਸ ਤੋਂ ਬਾਅਦ ਸੈਕੰਡਰੀ,
ਪਿੰਡ ਦੇ ਵਿੱਚ ਹੀ ਸਕੂਲ ਆ ਤੇ 12ਵੀਂ ਤੱਕ ਅਸੀਂ ਪਿੰਡ ਪੜ੍ਹੇ ਆ ਜੀ। ਉਸ ਤੋਂ ਬਾਅਦ BA ਗ੍ਰੈਜੂਏਸ਼ਨ ਕੀਤੀ ਹੈ ਡੁਮੇਲੀ ਕਾਲਜ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ। ਬਹੁਤ ਕੁਝ ਉੱਥੋਂ ਸਿੱਖਣ ਨੂੰ ਮਿਲਿਆ, ਬਹੁਤ ਕੁਝ ਉੱਥੋਂ ਪਾਇਆ। ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਜਲੰਧਰ, ਜਿੱਥੇ MA ਕਰਦਾ ਮੈਂ, MA ਹੋਈ ਜੀ। ਤੇ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਮੈਂ ਸਮਝਦਾ ਆ ਕਿ ਜਦੋਂ ਅਸੀਂ ਸਿੱਖਣਾ ਆ ਟੀਚਰ ਤੋਂ ਤਾਂ ਬੱਚਾ ਸਿੱਖਦਾ ਹੀ ਆ, ਬਿਲਕੁਲ ਬਿਲਕੁਲ। ਪਰ ਜਦੋਂ ਆਪਣੇ ਹਮ ਉਮਰ ਸਾਨੂੰ ਟੱਕਰ ਦੇਣ ਵਾਲੇ, ਉੱਚੀ ਸੋਚ ਵਾਲੇ ਹੋਣ ਤੇ ਉੱਥੇ ਸਾਡਾ ਜਿਹੜਾ ਸੋਚਣ ਸ਼ਕਤੀ ਵੱਧਦੀ ਆ, ਬਿਲਕੁਲ ਉਹਨਾਂ ਦੇ ਲੈਵਲ ਦਾ ਹੋਣ ਦਾ ਆਪਾਂ ਕੋਸ਼ਿਸ਼ ਕਰਦੇ ਆ ਜੀ। ਉਹ ਲਾਇਲਪੁਰ ਖਾਲਸਾ ਕਾਲਜ ਇਦਾਂ ਦਾ ਕਾਲਜ ਜਿੱਥੇ ਬਹੁਤ ਅੱਛੇ ਮੇਰੇ ਹਮ ਉਮਰੀ ਦੋਸਤ, ਮੇਰੇ ਨਾਲ ਖੇਡਣ ਵਾਲੇ ਦੋਸਤ ਜੀ, ਜਿਨ੍ਹਾਂ ਦੇ ਵਿੱਚ ਸੰਗੀਤਕ ਗੁਣ ਬਹੁਤ ਜ਼ਿਆਦਾ, ਜਿਨ੍ਹਾਂ ਤੋਂ ਮੈਂ ਨਜ਼ਮ ਲਿਖਣ ਲਈ ਬਹੁਤ ਅੱਛੇ ਲਫ਼ਜ਼ ਸਿੱਖੇ, ਕਿਉਂਕਿ ਉਹ ਭਰਪੂਰ ਸਨ, ਕਿਤੇ ਮੇਰੀ ਸੋਚ ਤੋਂ ਉੱਪਰ ਸਨ। ਤੇ ਹੌਲੀ ਹੌਲੀ ਮੈਂ ਜਿੱਦਾਂ ਗੱਲ ਕੀਤੀ ਕਿ ਟੀਚਰ ਤੋਂ ਤਾਂ ਸਿੱਖਦੇ ਹੀ ਆ, ਪਰ ਜਦੋਂ ਅਸੀਂ ਹਮ ਉਮਰ ਨੂੰ ਦੇਖਦੇ ਆ ਤਾਂ ਉਹਨਾਂ ਤੋਂ ਵੀ ਦਿਲ ਕਰਦਾ ਕਿ ਅਸੀਂ ਵੀ ਇਦਾਂ ਦੇ ਹੋਈਏ। ਬਿਲਕੁਲ ਬਿਲਕੁਲ ਹਾਂਜੀ। ਤੇ ਜਦੋਂ ਆਪਾਂ ਕਾਲਜ ਆ ਗਏ, ਇੱਕ ਪਿੰਡ ਮਾਹੌਲ ਦਾ ਸੀਗਾ, ਜਿਹੜਾ ਸਕੂਲ ਦਾ ਪਿੰਡੂ ਮਾਹੌਲ ਦਾ ਸੀ, ਉੱਥੇ ਤੁਸੀਂ 12ਵੀਂ ਕਰ ਲਈ ਜੀ। ਤੇ ਪਿੰਡ ਦੇ ਮਾਹੌਲ ਦਾ ਥੋੜਾ ਜਿਹਾ ਵੱਖਰਾਪਨ ਹੁੰਦਾ, ਤੇ ਜਦੋਂ ਆਪਾਂ ਕਾਲਜ ਦੇ ਵਿੱਚ ਆ ਗਏ ਉਹਦਾ ਸ਼ਹਿਰੀ ਆਪਣੇ ਵਿਦਿਆਰਥੀਆਂ ਦੇ ਨਾਲ, ਸੰਗੀ ਸਾਥੀਆਂ ਦੇ ਨਾਲ ਮਿਲਣਾ, ਉਹ ਮਾਹੌਲ ਦਾ ਵੀ ਥੋੜਾ ਜਿਹਾ ਫਰਕ ਪਿਆ ਹੋਵੇਗਾ। ਬਿਲਕੁਲ ਜੀ। ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਿਹੜਾ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚ ਉੱਠ ਕੇ ਆਉਣਾ, ਤੇ ਉਹ ਆਪਣੀ ਰਹਿਣੀ ਸਹਿਣੀ ਉੱਥੇ ਤੇ ਇੱਥੇ ਦੀ ਵੱਖਰੀ, ਉਹਨਾਂ ਦੀ ਬੋਲ ਚਾਲ ਦਾ ਢੰਗ ਵੀ ਆ, ਤੇ ਇਹਦਾ ਦਾ ਫਰਕ ਪੈਂਦਾ ਤੁਹਾਨੂੰ ਕਿਸ ਤਰ੍ਹਾਂ ਦਾ ਉਦੋਂ ਫਿਰ ਮਹਿਸੂਸ ਹੁੰਦਾ ਹੈ ਕਿ ਤੇ ਜਿਹੜਾ ਕਾਲਜ ਆ ਕੇ? ਬਹੁਤ ਵੱਡਾ ਸਰ ਫਰਕ ਪੈਂਦਾ ਹੈ ਦੂੜਾ ਸਾਹਿਬ ਜੀ। ਜੀ ਜੀ। ਅਸੀਂ ਦੇਖਿਆ ਕਿ ਸਕੂਲ ਵਿੱਚ ਇੱਕੋ ਵਰਦੀ ਹੁੰਦੀ ਆ, ਸਾਰੇ ਇਕੁਅਲ ਹੁੰਦੇ ਆ, ਸਾਰਿਆਂ ਨੂੰ ਊਚ ਨੀਚ ਦਾ ਕਿਸੇ ਨੂੰ ਕੁਛ ਨਹੀਂ ਪਤਾ, ਸਾਰੇ ਇੱਕੋ ਜਗ੍ਹਾ ਬਹਿੰਦੇ ਆ, ਇੱਕੋ ਜਗ੍ਹਾ ਖੇਡਦੇ ਆ, ਇੱਕੋ ਹੀ ਤਾਲੀਮ ਲੈਂਦੇ ਆ ਕਲਾਸ ਵਿੱਚ ਬਹਿ ਕੇ। ਸੋ ਅਸੀਂ ਜਦੋਂ ਵੱਡੀਆਂ ਕਲਾਸਾਂ ਵੱਲ ਉੱਪਰ ਜਾਂਦੇ ਆ ਤਾਂ ਥੋੜਾ ਡਿਵੈਲਪ ਕਰਦੇ ਆ ਆਪਣੇ ਆਪ ਨੂੰ ਵੀ, ਕਿ ਅਸੀਂ ਡਿਵੈਲਪ ਹੋਈਏ, ਥੋੜਾ ਕੱਪੜੇ ਵਧੀਆ ਪਾਈਏ, ਸੋਚ ਨੂੰ ਵੱਡਾ ਕਰੀਏ। ਸੋ ਫਰਕ ਤਾਂ ਹੈ ਜੀ। ਜੀ ਸੋਚ ਵਧੀਆ, ਸੋਚ ਨੂੰ ਵੱਡਾ ਕਰਨਾ ਚਾਹੀਦਾ। ਵਧੀਆ। ਤੇ ਜਿਹੜੀ MA ਆ ਕਿਸ ਵਿਸ਼ੇ ਨਾਲ ਕੀਤੀ? ਮੈਂ ਮਿਊਜ਼ਿਕ ਵੋਕਲ ਦੇ ਵਿੱਚ MA ਕੀ ਬਾਤ ਹੈ ਕੀਤੀ ਹੈ। ਸੋ ਬੜਾ ਖੁਸ਼ਕਿਸਮਤ ਸਮਝਦਾ ਹਾਂ ਜੀ, ਇਹ ਇੰਨਾ ਵਧੀਆ ਵਿਸ਼ਾ ਆ, ਇੰਨਾ ਵਧੀਆ ਮਜ਼ਮੂਨ ਆ, ਜਿਹਦੇ ਵਿੱਚ ਅੱਜ MA ਹੋ ਗਈ ਆ। ਸੋ ਅੱਗੇ ਵੀ ਪੜਾਂਗੇ, ਕੋਸ਼ਿਸ਼ ਜਾਰੀ ਹੈ। ਤੇ ਸੰਗੀਤ ਦਾ ਤੇ ਨਾਲ ਸਾਹਿਤ ਦਾ ਬੜਾ ਨੇੜਲਾ ਸੰਬੰਧ ਆ, ਤੇ ਉਹਦੇ ਨਾਲ ਤੁਸੀਂ ਸੰਗੀਤ ਨਾਲ ਆਪਣੀ ਕਵਿਤਾ ਜਿਹੜੀ ਆ, ਸੰਗੀਤਮਈ ਜਿਹੜੀ ਰੰਗ ਜਿਹੜਾ ਤੁਹਾਡੀ ਕਵਿਤਾ ਦੇ ਵਿੱਚ ਜ਼ਿਆਦਾ ਆਏਗਾ। ਤੇ ਹਰਪ੍ਰੀਤ ਜੀ, ਆਪਾਂ ਗੱਲਾਂ ਬਾਤਾਂ ਇੱਦਾਂ ਹੀ ਕਰਦੇ ਰਹਾਂਗੇ। ਤੇ ਸਮਾਂ ਹੋਇਆ ਇੱਕ ਫਿਰ ਬ੍ਰੇਕ ਦਾ। ਦਰਸ਼ਕੋ, ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਰੰਤ ਮਿਲਦੇ ਹਾਂ, ਤੇ ਕਿਤੇ ਨਹੀਂ ਜਾਣਾ, ਇਸ ਤਰ੍ਹਾਂ ਹੀ ਬਣੇ ਰਹਿਣਾ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ, ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਂਸਿਲਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of gasoline and diesel.
We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨ ਐਪਲਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨ ਐਪਲਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨ ਐਪਲਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com। ਦਰਸ਼ਕੋ ਫਿਰ ਤੋਂ ਜੁੜਨ ਲਈ ਸ਼ੁਕਰੀਆ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਅੱਜ ਸਾਡੇ ਮਹਿਮਾਨ ਨੇ ਹਰਪ੍ਰੀਤ ਜੀ, ਡਰੋਲੀ ਜੀ ਗੱਲ ਚੱਲ ਰਹੀ ਸੀ ਆਪਣੀ ਪੜ੍ਹਾਈ ਲਿਖਾਈ ਦੀ ਤੁਹਾਡੀ ਜੀ, ਜਿਹੜੀ ਆ ਪੜ੍ਹਾਈ ਲਿਖਾਈ ਸ਼ੁਰੂ ਕਰ ਦਿੱਤੀ ਤੇ ਉਹ ਜਿਹੜੀ ਐਮਏ ਕਰ ਲਈ, ਮਿਊਜ਼ਿਕ ਦੀ ਕਰ ਲਈ ਤੇ ਹੁਣ ਤੁਸੀਂ ਜਿਹੜੀ ਆ ਜਿਹੜੇ ਐਮਏ ਕਰਕੇ ਹੋਰ ਆਪਣੀ ਸਾਹਿਤਕਾਰੀ ਕਰ ਰਹੇ ਹੋ ਜੀ। ਤੇ ਇਹਦੇ ਨਾਲ ਹੀ ਜਿਹੜੀ ਆ ਜਦੋਂ ਐਮਏ ਕਰ ਲਈ ਉਹਦੇ ਵਿੱਚ ਸਕੂਲ ਪੜ੍ਹਦੇ ਆ ਤੇ ਜਾਂ ਕਾਲਜ ਟਾਈਮ ਦੇ ਵਿੱਚ ਕਾਲਜ ਦੇ ਵਿੱਚ ਬਹੁਤ ਸਾਰੇ ਸਮਾਗਮ ਵੀ ਹੁੰਦੇ ਰਹੇ ਹੋਣਗੇ ਤੇ ਹੋਰ ਪ੍ਰੋਗਰਾਮ ਵੀ ਹੁੰਦੇ ਰਹੋਗੇ। ਜਿਹੜੀ ਤਾਂ ਕਵਿਤਾ ਲਿਖਦੇ ਸੀ ਤੁਸੀਂ ਵੀ ਤੇ ਆਪਣੇ ਵਿਦਿਆਰਥੀ ਜਾਂ ਹਮ ਉਮਰ ਤੁਹਾਡੇ ਕਵਿਤਾ ਸੁਣਾਉਂਦੇ ਸੀ ਜਾਂ ਹੋਰ ਜਿਹੜੇ ਤੁਹਾਡੇ ਅਧਿਆਪਕ ਵੀ ਸੀ ਜਾਂ ਲੈਕਚਰਰ ਸੀ ਉਹ ਕਵਿਤਾ ਸੁਣਾਉਂਦੇ ਹੋਣਗੇ। ਤੁਹਾਡੇ ਮਨ ਦੇ ਵਿੱਚ ਨਹੀਂ ਉੱਭਰਿਆ ਕਦੀ ਵੀ ਸੀਗਾ ਇਹ ਖਿਆਲ ਵੀ ਕਿ ਮੈਂ ਵੀ ਇਹ ਕਵਿਤਾ ਹੁਣ ਸੁਣਾਵਾਂ, ਸਮਾਗਮ ਹੈ ਆਪਣੇ ਆਉਣ ਵਾਲਾ ਜਾਂ ਕੋਈ ਯੂਥ ਫੈਸਟੀਵਲ ਹੁੰਦੇ ਆ ਵੀ ਮੇਰੀ ਵੀ ਕਵਿਤਾ ਜਿਹੜੀ ਇਹਦੇ ਵਿੱਚ ਪੇਸ਼ ਹੋਣੀ ਚਾਹੀਦੀ ਆ, ਜਾਂ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਮਨ ਦੇ ਵਿੱਚ ਤੁਹਾਡੇ ਹੋਊਗਾ ਮੈਂ ਹੁਣ ਆਹ ਜਿਹੜੀ ਕਵਿਤਾ ਨਾ ਜਿਹੜੀ ਆ ਸਾਡੇ ਅਧਿਆਪਕ ਨੇ ਜਾਂ ਆਹ ਮੇਰੇ ਦੋਸਤ ਨੇ ਬਹੁਤ ਵਧੀਆ ਬੋਲੀ ਤੇ ਮੈਂ ਵੀ ਇਸ ਤਰ੍ਹਾਂ ਦੀ ਕਵਿਤਾ ਲਿਖਾਂ ਇੱਕ, ਜਾਂ ਉਹ ਜਿਹੀ ਲਿਖੀ ਹੋਵੇ ਜਾਂ ਇਸ ਤਰ੍ਹਾਂ। ਪਹਿਲਾਂ ਤਾਂ ਆਪਾਂ ਉਹ ਸਮਾਗਮਾਂ ਦੀ ਗੱਲ ਕਿ ਜਿਹੜਾ ਮਨ ਦੇ ਵਿੱਚ ਇੱਦਾਂ ਦਾ ਕੋਈ ਖਿਆਲ ਆਉਂਦਾ ਆ ਕਿ ਜੇ ਆਪਾਂ ਇਸ ਸਮਾਗਮ ਵਿੱਚ ਹਿੱਸਾ ਬਣਨਾ ਸੀ ਇਸ ਸਮਾਗਮ ਦਾ। ਜੀ ਹਾਂਜੀ ਸਰ, ਬੜਾ ਮਨ ਕਰਦਾ ਸੀ ਤੇ ਕਵਿਤਾਵਾਂ ਸਟੇਜ, ਕਿਉਂਕਿ ਸਕੂਲ ਦੀ ਸਟੇਜ ਇੱਕ ਐਸੀ ਆ ਜਿੱਥੇ ਗਲਤੀ ਵੀ ਹੋ ਗਈ ਉਹ ਵੀ ਮਾਫ ਆ। ਸੋ ਸਕੂਲ ਦੀਆਂ ਸਟੇਜਾਂ ਤੋਂ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਕਾਲਜ ਚਲੇ ਗਏ, ਥੋੜੀ ਸਫਾਈ ਹੋਈ, ਜ਼ੁਬਾਨ ਦੇ ਵਿੱਚ ਸਫਾਈ ਆਈ। ਕਾਲਜ ਦੇ ਵਿੱਚ ਕਵਿਤਾਵਾਂ ਲਿਖੀਆਂ ਤੇ ਉੱਥੇ ਬੋਲੀਆਂ, ਮੌਕਾ ਮਿਲਦਾ ਸੀ, ਪਿਆਰ ਵੀ ਦਿੰਦੇ ਸੀ। ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਜਿੱਥੋਂ BA ਕੀਤੀ ਆ, ਬੜਾ ਪਿਆਰ ਉੱਥੇ ਕਵਿਤਾਵਾਂ ਨੂੰ। ਕਲਮ ਕਲੱਬ ਉੱਥੇ ਜਿਹਦਾ ਪ੍ਰਧਾਨ ਪ੍ਰੈਜ਼ੀਡੈਂਟ ਜਿਹੜਾ ਨਿਯੁਕਤ ਮੈਨੂੰ ਕੀਤਾ ਗਿਆ ਤੇ ਬੜਾ ਖੁਸ਼ਕਿਸਮਤ ਆ ਮੈਂ। ਤੇ ਉਸ ਤੋਂ ਬਾਅਦ ਹੋਰ ਵੀ ਸਟੇਜਾਂ ਮਿਲੀਆਂ ਜਿੱਥੇ ਕਵਿਤਾਵਾਂ ਪੇਸ਼ ਕੀਤੀਆਂ ਤੇ ਜ਼ਿਆਦਾਤਰ ਸ਼ਾਇਰਾਂ ਨੂੰ ਸੁਣ ਕੇ ਜਿਹਦਾ ਲਿਖਣਾ ਸ਼ੁਰੂ ਕੀਤਾ, ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕੀਤੀ। ਇੱਕ ਤਜਮੁਲ ਕਲੀਮ ਸਾਹਿਬ ਨੂੰ ਜਦੋਂ ਸੁਣਿਆ ਤੇ ਉਹਨਾਂ ਦੇ ਵਰਗੀ ਇੱਕ ਕਵਿਤਾ ਲਿਖੀ ਸੀ ਕਿ ਸਮਝ ਦੀ ਗੱਲ ਹੈ ਸੱਜਣਾ ਸਮਝ ਦੀ ਗੱਲ ਹੈ ਸੱਜਣਾ, ਸਮਝਣ ਵਿੱਚ ਹੀ ਬਲ ਹੈ ਸੱਜਣਾ। ਜੇ ਨਾ ਸਮਝਾਂ ਬਣ ਮੈਂ ਬੈਠਾ, ਜੇ ਨਾ ਸਮਝਾਂ ਬਣ ਮੈਂ ਬੈਠਾ, ਫਿਰ ਨਾ ਕੋਈ ਹੱਲ ਹੈ ਸੱਜਣਾ। ਕੀ ਬਾਤ ਹੈ, ਬਹੁਤ ਅੱਜ ਦੇ ਦਿਨ ਜੇ ਸਮਝ ਨਾ ਪਾਇਆ, ਅੱਜ ਦੇ ਦਿਨ ਜੇ ਸਮਝ ਨਾ ਪਾਇਆ, ਸਮਝੀ ਨਾ ਆਏ ਛਲ ਹੈ ਸੱਜਣਾ। ਚੱਲ ਜੇ ਅੱਜ ਸ਼ਾਮਾਂ ਪੈ ਗਈਆਂ ਨੇ, ਜੇ ਅੱਜ ਸ਼ਾਮਾਂ ਪੈ ਗਈਆਂ ਨੇ, ਆਉਣਾ ਕੱਲ ਵੀ
ਕੱਲ ਹੈ ਸੱਜਣਾ ਜੀ, ਬਹੁਤ ਵਧੀਆ। ਹਰਪ੍ਰੀਤ ਦਾ ਮੁਕਤਾ ਹਰਦਮ, ਹੂੰ ਹਰਪ੍ਰੀਤ ਦਾ ਮੁਕਤਾ ਹਰਦਮ, ਹੂੰ। ਤੇਰੇ ਹੀ ਹੁਣ ਵੱਲ ਹੈ ਸੱਜਣਾ। ਬਹੁਤ ਵਧੀਆ। ਸਮਝ ਦੀ ਗੱਲ ਹੈ ਸੱਜਣਾ, ਜੀ। ਸਮਝਣ ਵਿੱਚ ਹੀ ਵੱਲ ਹੈ ਸੱਜਣਾ। ਬਿਲਕੁਲ ਹਰਪ੍ਰੀਤ ਜੀ, ਅੱਜ ਕੱਲ ਜਿਹੜਾ ਜਦੋਂ ਸ਼ਾਇਰ ਲਿਖਦਾ ਹੈ, ਨੌਜਵਾਨ ਸ਼ਾਇਰ ਲਿਖਦੇ ਆ, ਜੀ। ਉਹ ਆਪਣੀਆਂ 2-4 ਕਵਿਤਾਵਾਂ ਲਿਖੀਆਂ ਜਾਂ ਜੀ। 2-4 ਸਤਰਾਂ ਲਿਖੀਆਂ ਫਟਾਫਟ ਸੋਸ਼ਲ ਮੀਡੀਆ ਤੇ ਪਾ ਦਿੰਦਾ, ਜੀ, ਜੀ, ਜੀ। ਫੇਸਬੁੱਕ ਤੇ ਜਾਂ ਹੋਰ ਪਲੇਟਫਾਰਮਾਂ ਤੇ, ਜੀ। ਉੱਤੇ 100-150 ਲਾਈਕ ਵੀ ਆ ਜਾਂਦੇ ਆ, ਕਮੈਂਟ ਵੀ ਆ ਜਾਂਦੇ, ਬਹੁਤ ਵਧੀਆ, ਬਹੁਤ ਅੱਛੇ, ਐਰਾ ਵਗੈਰਾ ਵਗੈਰਾ। ਜੀ, ਜੀ। ਤੇ ਪਰ ਉਹਦਾ ਮਿਆਰ ਜਿਹੜਾ ਕਵਿਤਾ ਦਾ ਉਹ ਇੰਨਾ ਵਧੀਆ ਨਹੀਂ ਹੁੰਦਾ ਜਦੋਂ ਜੀ, ਜੀ। ਉਹ ਕਿਸੇ ਉਸਤਾਦ ਸ਼ਾਇਰ ਤੋਂ ਜਾਂ ਪ੍ਰਪੱਕ ਸ਼ਾਇਰ ਤੋਂ ਜੀ। ਉਹਦੀ ਆਪਾਂ ਤਸਦੀਕ ਕਰਾਈਏ ਉਹਨੂੰ, ਤੇ ਜੇ ਸਲਾਹ ਕਰਾਈਏ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਕੱਢ ਦਿੰਦੇ ਆ। ਜੀ। ਤੁਸੀਂ ਵੀ ਜਿਹੜੀ ਸੋਸ਼ਲ ਮੀਡੀਆ ਰਾਹੀਂ ਜੀ। ਇਸ ਤਰ੍ਹਾਂ ਦੀ ਕੋਈ ਕਵਿਤਾ ਪਾਈਆਂ ਹੋਗੀਆਂ, ਪਰ ਉਹ ਜਿਹੜੀਆਂ ਜਦੋਂ ਆਪਾਂ ਕਿਸੇ ਸਾਹਿਤ ਸਭਾ ਦੇ ਵਿੱਚ ਜਾ ਕੇ ਸੁਣਾਈ ਜਾਂ ਕਿਸੇ ਹਾਂਜੀ। ਸੀਨੀਅਰ ਜਿਹੜੇ ਲੇਖਕ ਨੂੰ ਸੁਣਾਈ, ਉਹਨੇ ਰੱਦ ਕਰ ਦਿੱਤੀ। ਫਿਰ ਅੱਜ ਕੱਲ ਇਹ ਹੈਗਾ ਜਿਹੜੇ ਅੱਜ ਕੱਲ ਦੇ ਨੌਜਵਾਨ ਸਿੱਖਦੇ ਨਹੀਂ, ਜੀ। ਉਹ ਕਹਿੰਦੇ ਆ ਬਸ ਜੋ ਮੈਂ ਲਿਖ ਦਿੱਤਾ ਉਹੀ ਸਹੀ ਆ। ਸਹੀ। ਸਹੀ ਆ। ਇਸ ਤੇ ਤੁਹਾਡਾ ਕੀ ਵਿਚਾਰ ਆ ਕਿ ਜਿਹੜਾ ਲਿਖਣਾ ਜਿਹੜਾ ਸਿੱਖਣਾ ਚਾਹੀਦਾ ਆ? ਹਾਂਜੀ। ਤੇ ਪਹਿਲਾਂ ਤਾਂ ਇਹ ਵੀ ਸੋਸ਼ਲ ਮੀਡੀਆ ਦੀ ਗੱਲ, ਜਿਹੜੀ ਜੀ। ਉਹ ਸੋਸ਼ਲ ਮੀਡੀਆ ਤੇ ਜੋ ਅੱਜ ਕੱਲ ਕਵਿਤਾ ਚੱਲ ਰਹੀ ਆ, ਜੀ। ਉਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਆ ਇਹ? ਸੋਸ਼ਲ ਮੀਡੀਆ ਤੇ ਹੂੰ। ਜਿੱਦਾਂ ਤੁਸੀਂ ਗੱਲ ਕੀਤੀ, ਜੇ 100 ਲਾਈਕ ਮਿਲ ਗਏ ਹੂੰ ਉਹਦੇ ਨਾਲ ਹੀ ਖੁਸ਼ ਹੋ ਜਾਣਾ, ਜੀ। ਉਹਦੇ ਨਾਲ ਹੀ ਮਨ ਭਰ ਜਾਣਾ। ਹੂੰ ਤੇ ਇਹ ਬੜੀਆਂ, ਮੈਂ ਕਹਿੰਦਾ ਕਿ ਬੜੀਆਂ ਛੋਟੀਆਂ ਗੱਲਾਂ ਆ, ਹੂੰ ਜਿਹਦੇ ਵੱਲਾਂ ਅੱਜ ਦਾ ਯੂਥ, ਅੱਜ ਦਾ ਨੌਜਵਾਨ ਹੂੰ। ਖਾਸ ਧਿਆਨ ਦਿੰਦਾ, ਲੱਗਾ ਰਹਿੰਦਾ ਆ, ਹੂੰ ਤੇ ਆਪਣਾ ਕੀਮਤੀ ਸਮਾਂ ਜਿਹੜਾ ਉੱਥੇ ਵੇਸਟ ਕਰ ਦਿੰਦਾ ਆ। ਹੂੰ ਸੋ ਉਸਤਾਦੀ ਹੋਣੀ ਚਾਹੀਦੀ ਹੈ। ਹੂੰ ਉਸਤਾਦ ਕੋਲ ਕੋਈ ਹੋਵੇ ਪਾਸ ਕਰਾਉਣ ਵਾਲੇ, ਆਪਣੀ ਹੂੰ। ਲਿਖਤ ਜਿਹਦੇ ਵਿੱਚੋਂ ਕਮੀਆਂ ਕੱਢੀਆਂ ਜਾਣ, ਕਿਸੇ ਨਾ ਕਿਸੇ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ। ਸਲਾਹ ਕਰਨੀ ਚਾਹੀਦੀ ਆ। ਹੂੰ ਸੋ ਹੱਲੇ ਤੱਕ ਕੋਈ ਮੇਰਾ, ਹੂੰ ਮੈਂ ਉਸਤਾਦ ਕਿਸੇ ਨੂੰ ਧਾਰਿਆ ਜੀ। ਨਹੀਂ, ਕਿਸੇ ਦੇ ਚਰਨੀ ਹੱਲੇ ਹੂੰ। ਸਾਹਿਤਿਕ ਤੌਰ ਤੇ ਪਿਆ ਨਹੀਂ, ਹੂੰ ਤੇ ਜਲਦ ਹੀ ਹੂੰ ਕਿਸੇ ਦੀ ਸ਼ਾਗਿਰਦੀ ਕਰਾਂਗੇ, ਹੂੰ। ਕਿਸ ਦੇ ਚਰਨਾਂ ਵੈਸੇ ਵਿੱਚ। ਉੱਦਾਂ ਸਾਹਿਤ ਸਭਾਵਾਂ 'ਚ ਤੁਸੀਂ ਜਾਂਦੇ ਰਹੋਗੇ, ਹਾਂਜੀ। ਉੱਥੇ ਜਿਹੜੇ ਚੰਗੇ ਸ਼ਾਇਰ ਜਾਂ ਸੀਨੀਅਰ ਉਹਨਾਂ ਸ਼ਾਇਰ ਆ, ਨੂੰ, ਉਹਨਾਂ ਹਾਂਜੀ। ਦੀ ਤੁਸੀਂ ਦੇਖ ਆਪਣੀ ਜੀ। ਕਵਿਤਾ ਨੂੰ ਉਹਨਾਂ ਨਾਲ ਸਲਾਹ ਵਗੈਰਾ ਤਾਂ ਕਰ ਹੀ ਲੈਂਦੇ ਹੋਗੇ। ਜੀ। ਮੇਰੇ ਹੂੰ ਜਿਹੜੇ ਕਿ ਮੇਰਾ ਫਰੈਂਡ ਸਰਕਲ ਆ, ਕੁਝ ਹੂੰ। ਸਾਹਿਤਿਕ ਹੋਣ ਦੇ ਕਾਰਨ ਉਹਦਾ ਮੈਨੂੰ ਬਹੁਤ ਫਾਇਦਾ ਆ। ਜੀ। ਸਾਹਿਤਿਕ ਦੋਸਤ, ਹੂੰ ਉਹਨਾਂ ਤੋਂ ਲਫ਼ਜ਼ ਇਕੱਠੇ ਕਰਨੇ, ਹੂੰ ਕੁਝ ਚੰਗਾ ਹਾਂਜੀ। ਚੰਗਾ ਲਿਖਣ ਬਾਰੇ, ਚੰਗਾ ਪੜ੍ਹਨ ਲਿਖਣ ਬਾਰੇ ਇਹ ਹਾਂਜੀ ਉਹਨਾਂ ਨੂੰ ਦੱਸਣਾ, ਉਹਨਾਂ ਨੂੰ ਹੂੰ। ਸੁਣਾਉਣੀਆਂ। ਜੀ। ਮੇਰੇ ਪਿਤਾ ਜੀ ਆ, ਉਹ ਹੂੰ। ਵੀ ਬੜਾ, ਪਹਿਲਾਂ ਤਾਂ ਹੂੰ। ਨਹੀਂ, ਪਰ ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਉਹ ਸ਼ਾਇਰਾਂ ਨੂੰ ਸੁਣਨ ਲੱਗ ਗਏ, ਹੂੰ ਸੰਗੀਤ ਨੂੰ ਪਿਆਰ ਕਰਨ ਲੱਗ ਜੀ। ਗਏ। ਸੋ ਉਹਨਾਂ ਤੋਂ ਵੀ ਮੈਂ ਬਹਿ ਕੇ ਪਾਸ ਕਰਾ ਲੈਣਾ, ਕਿਉਂਕਿ ਸਿਆਣਾ ਬੰਦਾ। ਜੀ ਬਿਲਕੁਲ ਤੇ ਬਿਲਕੁਲ। ਸਿਆਣਾ ਜੇ ਹੁੰਦਾ ਇੱਕ ਵੈਸੇ ਵੀ ਜਦੋਂ ਆਪਾਂ ਹਾਂਜੀ। ਜਿਹੜਾ ਸਾਹਿਤਕਾਰ ਤਾਂ ਸਾਹਿਤਕਾਰ ਦੀ ਦੇਖ ਜੀ, ਲੈਂਦਾ, ਜੀ, ਜੀ, ਜਿਹੜਾ ਸਾਹਿਤਕਾਰ ਨਹੀਂਗਾ ਉਹਨੂੰ ਸੁਣਾਓ ਤਾਂ ਉਹ ਜਿਆਦੀ ਛੇਤੀ ਉਹ ਗਲਤੀ ਜ਼ਿਆਦੀ ਫੜ ਲੈਂਦਾ, ਬਿਲਕੁਲ, ਛੇਤੀ ਉਹ ਕਹਿੰਦਾ ਨਹੀਂ ਯਾਰ ਬਿਲਕੁਲ। ਇਸ ਤਰ੍ਹਾਂ ਫਿੱਟ ਨਹੀਂ ਨਹੀਂ ਪੈਂਦੀ ਗੱਲ। ਫਿੱਟ ਨਹੀਂ ਪੈਂਦੀ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਗੱਲ ਹਾਂਜੀ, ਬਣਦੀ ਸਿੱਧੇ ਹੈ। ਲੱਗ ਜਾਂਦੇ। ਤੇ ਗੱਲ ਆਪਣੀ ਆ ਸੁਣਾਉਂਦੀ ਆ ਵੀ ਜੀ। ਅੱਜ ਕੱਲ ਦੇ ਇੱਕ ਹੋਰ ਮੈਂ ਜਿਹੜੀ ਮੇਰੀ ਨਜ਼ਰ ਵਿੱਚ ਆਇਆ ਕਿ ਅੱਜ ਕੱਲ ਦਾ ਜਿਹੜਾ ਸ਼ਾਇਰ ਆ, ਜੀ। ਉਹ ਲਿਖਣ ਨੂੰ ਜ਼ਿਆਦਾ ਤਰਜੀਹ ਦਿੰਦਾ, ਪੜ੍ਹਨ ਨੂੰ ਘੱਟ। ਉਹ ਕਹਿੰਦਾ ਲਿਖਣ ਦੇ ਲਈ ਹੈ ਨਾ, ਪੜ੍ਹਨਾ ਨਹੀਂ ਜ਼ਰੂਰੀ, ਜੀ। ਕੋਈ ਚੰਗਾ ਨਹੀਂ ਪੜ੍ਹਨਾ, ਜੋ ਸੋਸ਼ਲ ਮੀਡੀਆ ਤੇ ਕਰੀ ਸੀਮਤ ਆ, ਜੋ ਕਵਿਤਾ ਉੱਥੇ ਆ ਗਈਆਂ, ਜੀ। ਚੰਗੀਆਂ ਕਿਤਾਬਾਂ ਨਹੀਂ ਪੜ੍ਹਦਾ। ਜੀ। ਉਹ ਸਾਹਿਤ ਨੂੰ ਉਨੀ ਤਰਜੀਹ ਨਹੀਂ ਦਿੰਦਾ ਪੜ੍ਹਨ ਵੱਲ, ਜਿੰਨਾ ਉਹ ਆਪਣੇ ਕਹਿੰਦਾ ਬਸ ਲਿਖਣਾ ਆ, ਲਿਖਣ ਲਈ ਕੋਈ ਜ਼ਰੂਰੀ ਨਹੀਂਗਾ ਮੈਂ ਸਾਹਿਤ ਪੜ੍ਹਨਾ। ਚੰਗਾ ਸਾਹਿਤ ਲਿਖਣ ਲਈ, ਜੀ। ਚੰਗਾ ਸਾਹਿਤ ਪੜ੍ਹਨਾ ਵੀ ਜ਼ਰੂਰੀ ਆ। ਤੁਹਾਡਾ ਕੀ ਵਿਚਾਰ ਆ ਇਹ, ਜਿਹੜਾ ਇਹਦੇ ਨਾਲ ਸਹਿਮਤ ਹੋ ਤੁਹਾਡਾ? ਬਿਲਕੁਲ ਸਰ ਜੀ। ਤੇ ਤੁਸੀਂ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਹੁਣ ਤੱਕ, ਕਿਹਨੂੰ ਪੜ੍ਹਿਆ? ਜੀ। ਜੀ। ਮੈਂ ਜਿੱਦਾਂ ਵਿਖਿਆਨ ਕੀਤਾ ਕਿ ਮੈਂ ਸੁਣਦਾ ਬਹੁਤ ਜ਼ਿਆਦਾ ਹੈ ਜੀ। ਹੂੰ ਸੰਗੀਤ ਹੋ ਗਿਆ, ਹੂੰ ਤੇ ਸਾਹਿਤਕ ਜੋ ਮੁਜ਼ਮੇ ਲੱਗਦੇ ਆ, ਹੂੰ। ਉਹਨਾਂ ਨੂੰ ਸੁਣਨਾ, ਹੂੰ ਤੇ ਵੱਧ ਤੋਂ ਵੱਧ ਡਾਕਟਰ ਸਤਿੰਦਰ ਸਰਤਾਜ ਸਾਹਿਬ ਨੂੰ ਸੁਣਨਾ, ਹੂੰ। ਕਿਤਾਬਾਂ ਪੜ੍ਹਨੀਆਂ, ਕਿਉਂਕਿ BA ਦੇ ਵਿੱਚ ਜ਼ਿਆਦਾਤਰ ਸ਼ਾਇਰੀ ਦੇ ਨਾਲ ਮੇਰਾ ਹੂੰ। ਰਾਬਤਾ ਰਿਹਾ ਆ। ਹੂੰ। ਹਾਂਜੀ। ਤੇ ਪਸੰਦੀਦਾ ਸ਼ਾਇਰ ਅੱਜ ਦਾ ਜਿਹੜਾ ਤੁਹਾਨੂੰ ਬਹੁਤ ਪਸੰਦ ਦਾ ਸ਼ਾਇਰ ਆ, ਜਿਹਦੀ ਕਿਤਾਬ ਲੱਗਦਾ ਹੋਵੇ ਆਹ ਇਹ ਮੈਂ ਹੁਣ ਉਹਦਾ ਇੱਕ ਜੀ। ਮੋਹ ਹੋ ਜਾਂਦਾ ਕਿ ਮੈਂ ਇੱਦਾਂ ਕਦਾ ਹੀ ਲਿਖਣਾ ਕੋਈ ਇਸ ਜੀ। ਤਰ੍ਹਾਂ ਦਾ? ਹਾਂਜੀ, ਸ਼ਾਇਰ ਕਿਹੜਾ ਅੱਜ ਤੱਕ ਚੰਗਾ ਲੱਗਦਾ? ਸਭ ਤੋਂ ਜ਼ਿਆਦਾ ਸੁਣਨਾ ਪਸੰਦ ਕਰਦਾ ਮੈਂ ਡਾਕਟਰ ਸਰਿੰਦਰ ਸਰਤਾਜ ਤੋਂ ਸਰਿੰਦਰ ਇਲਾਵਾ, ਹਾਂ ਸਰਤਾਜ। ਉਸ ਤੋਂ ਇਲਾਵਾ ਤਜਮੁਲ ਕਰੀਮ ਸਾਹਿਬ ਹੋ ਗਏ, ਜੀ ਜੀ ਉਹਨਾਂ ਨੂੰ ਸੁਣਦਾ ਆ। ਜੀ। ਤੇ ਆਪਾਂ ਹੁਣ ਗੱਲ ਕਰ ਲੈਂਦੇ ਆਪਣੇ ਤੁਹਾਡੇ ਪਰਿਵਾਰ ਦੀ ਵੀ। ਜੀ। ਤੁਹਾਡੇ ਪਰਿਵਾਰ ਦੇ ਵਿੱਚ ਇਸ ਵੇਲੇ ਕੌਣ ਆ? ਤੇ ਜਿਹੜਾ ਤੁਸੀਂ ਜਿਹੜੇ ਬਹੁਤ ਸੰਪੰਨ ਪਰਿਵਾਰ ਦੇ ਵਿੱਚੋਂ ਨਹੀਂ ਸੀ, ਮੈਨੂੰ ਵੀ ਪਤਾ ਇਸ ਗੱਲ ਦਾ ਕਿ ਜਿਹੜਾ ਆਪਾਂ ਕਿ ਬੱਚਾ ਜਿਹੜਾ ਹਰਪ੍ਰੀਤ ਚਾਂਦੀ ਦਾ ਚਮਚਾ ਲੈ ਕੇ ਮੂੰਹ ਦੇ ਵਿੱਚ ਪੈਦਾ ਹੋਇਆ, ਤੇ ਜਿਹੜਾ ਕਿਰਤ ਕਰਨ ਵਾਲਾ ਪਰਿਵਾਰ, ਜੀ ਜੀ ਜੀ, ਮਿਹਨਤ ਵਾਲਾ ਪਰਿਵਾਰ, ਜਿਹੜੇ ਮਿਹਨਤ ਕਰਕੇ ਤੁਹਾਨੂੰ ਇੰਨਾ ਪੜਾਇਆ ਲਿਖਾਇਆ, ਜੀ। ਤੇ ਅੱਜ ਕੱਲ ਉਹਨਾਂ ਦਾ ਸਹਿਯੋਗ, ਤੇ ਹੁਣ ਪਰਿਵਾਰ ਦੇ ਵਿੱਚ ਕੌਣ ਨੇ? ਪਹਿਲਾਂ ਤਾਂ ਆਪਾਂ ਜਿਹੜੇ ਪਰਿਵਾਰਕ ਮੈਂਬਰਾਂ ਬਾਰੇ ਨਾ ਆਪਣੀ ਦੱਸੋ ਸਾਨੂੰ। ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ, ਜੀ,
ਮੇਰੇ ਮਾਤਾ ਜੀ ਜੀ ਮੇਰੇ ਛੋਟੇ ਭੈਣ ਭਰਾ, ਕਿਉਂਕਿ ਮੈਂ ਵੱਡਾ ਆ ਜੀ, ਸੋ ਪਰਿਵਾਰ ਥੋੜਾ ਹੋਰ ਵੱਧ ਗਿਆ ਆ। ਸੋ ਵਿਆਹ ਤੋਂ ਬਾਅਦ ਬਿਲਕੁਲ ਜਿਹੜਾ ਉਹ ਦੁੱਗਣਾ ਪਿਆਰ ਮਿਲਣ ਲੱਗ ਗਿਆ ਜੀ। ਦੋ ਟੱਬਰ ਹੋ ਗਏ, ਦੋ ਪਰਿਵਾਰ ਹੋ ਗਏ ਜੀ। ਤੇ ਵਿਆਹ ਦੀ ਗੱਲ ਕਰ ਲਿਆ ਨੇ ਆਪਾਂ, ਜਦੋਂ ਇੱਕ ਸ਼ਾਇਰ ਜਿਹੜਾ ਆ ਉਹ ਮੌਲਾ ਮਸਤ ਹੁੰਦਾ ਵਿਆਹ ਤੋਂ ਪਹਿਲਾਂ, ਬਸ ਕੋਈ ਉਹਨੂੰ ਪਰਵਾਹ ਨਹੀਂ ਹੁੰਦੀ। ਤੇ ਵਿਆਹ ਤੋਂ ਬਾਅਦ ਕਹਿੰਦੇ ਵਿਆਹ ਜਿਹੜਾ ਉਹਦੇ ਵਿੱਚ ਇੱਕ ਬੰਧਨ ਪੈਦਾ ਹੋ ਜਾਂਦਾ ਹੈ। ਇੱਕ ਸ਼ਾਇਰ ਜਿਹੜਾ ਉਹ ਜਿਹੜਾ ਸਮਾਜਿਕ ਤੌਰ ਤੇ ਉਹਦਾ ਵੱਖਰਾ ਥੋੜਾ ਜਿਹਾ ਨਜ਼ਰੀਆ ਬਣ ਜਾਂਦਾ, ਫਿਰ ਜਦੋਂ ਮੈਰਿਜ ਹੋ ਜਾਂਦੀ ਹੈ, ਗ੍ਰਸਤੀ ਜੀਵਨ ਸ਼ੁਰੂ ਹੋ ਜਾਂਦਾ ਤੇ ਦੋ ਪਰਿਵਾਰ ਹੋ ਜਾਂਦੇ ਆ, ਹੋਰ ਉਹਦੇ ਚੇਂਜਸ ਆ ਜਾਂਦੀਆਂ। ਇੱਕ ਸ਼ਾਇਰ ਦੇ ਤੌਰ ਤੇ ਕਿੱਦਾਂ ਸੋਚਦਾ ਉਹ, ਜਿਹੜਾ ਵੀ ਹੁਣ ਜਿਹੜੀ ਚੇਂਜ ਆਉਂਦੀ ਆ, ਜਿਹੜੇ ਉਹ ਪਰਿਵਾਰ ਨੂੰ ਕਿੱਦਾਂ ਲੈਂਦਾ ਉਹ ਜਿਹੜਾ ਜੀ। ਤੁਸੀਂ ਪਰਿਵਾਰ ਵਧਣ ਦੀ ਗੱਲ ਕੀਤੀ ਆ, ਸੋ ਵਿਆਹ ਤੋਂ ਬਾਅਦ ਪਰਿਵਾਰ ਵਧਿਆ ਜੀ। ਉਸ ਤੋਂ ਬਾਅਦ ਅੱਜ ਹੋਰ ਵਧਿਆ ਤੇ ਮੈਂ ਲਿਖਿਆ ਸੀ ਜੀ, ਮੇਰੇ ਮਾਪਿਓ ਰੱਬ ਨੇ ਵਧਾਏ ਜੀ, ਦਾਦੀ ਦਾਦਾ ਬਣ ਗਏ ਨੇ ਜੀ। ਅੱਜ ਖੁਸ਼ੀਆਂ ਭਰਿਓ ਬੱਦਲ ਸਾਡੇ ਤੇ ਵੀ ਵਰ ਗਏ ਨੇ, ਮੈਂ ਸ਼ੁਕਰ ਕਰਾਂ ਉਸ ਰੱਬ ਦਾ ਸਾਡੇ ਪੱਲੇ ਭਰ ਗਏ ਨੇ। ਮੇਰੇ ਮਾਪਿਓ ਰੱਬ ਨੇ ਵਧਾਏ, ਦਾਦੀ ਦਾਦਾ ਬਣ ਗਏ। ਸੋ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਸਾਡੀ ਬਾਜ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹਦੇ ਲਈ ਵੀ। ਤੇ ਜਦੋਂ ਦੋ ਪਰਿਵਾਰ ਜੁੜੇ, ਆਪਾਂ ਗੱਲ ਉੱਥੇ ਚੱਲ ਜਾਂਦੇ ਪਿੱਛੇ ਥੋੜੀ ਜਿਹੀ, ਤੁਸੀਂ ਅੱਗੇ ਆ ਗਏ। ਜਦੋਂ ਦੋ ਪਰਿਵਾਰ ਆ ਗਏ, ਇੱਕ ਪਰਿਵਾਰ ਤੁਹਾਡੇ ਨਾਲ ਹੋਰ ਰਲ ਜਾਂਦਾ, ਉਹਦਾ ਨਜ਼ਰੀਆ ਥੋੜਾ ਜਿਹਾ ਆਪਣੇ ਘਰਦਿਆਂ ਦਾ, ਮਾਪੇ ਦਾ ਵੀ ਥੋੜਾ ਜਿਹਾ ਨਜ਼ਰੀਆ ਬਣ ਜਾਂਦਾ। ਹੁਣ ਮੁੰਡੇ ਤੇ ਜਿਹੜੀ ਆ ਹਨਾ ਜ਼ਿੰਮੇਵਾਰੀ ਪਾ ਦੋ, ਉਹ ਥੋੜਾ ਜਿਹਾ ਜਿਹੜਾ ਇੱਕ ਵਾਰ ਸਮਝ ਲਓ ਆਪਾਂ ਮਦਦ ਦੇ ਤੌਰ ਤੇ ਇੱਕ ਵਾਰੀ ਪਹਿਲਾਂ ਪੁੱਤਰ ਹੁੰਦਾ ਮਾਂ ਦਾ, ਬਾਪ ਦਾ, ਉਹ ਜਾਣ ਲੱਗੇ ਨੂੰ, ਬਾਹਰੋਂ ਨਿਕਲਣ ਲੱਗੇ ਨੂੰ ਜੇਬ 'ਚ ਪੈਸੇ ਪਾ ਦਿੰਦਾ। ਜਦੋਂ ਵਿਆਹ ਹੋ ਜਾਂਦਾ ਆ ਉਸ ਤੋਂ ਬਾਅਦ ਥੋੜਾ ਜਿਹਾ ਚੇਂਜ ਹੋ ਜਾਂਦਾ। ਤੁਸੀਂ ਉਹ ਕਿਸ ਤਰ੍ਹਾਂ ਦਾ ਉਹ ਜਿਹੜਾ ਤੁਹਾਡਾ ਸੀਗਾ? ਹਾਂਜੀ, ਉਹ ਮੈਂ ਪੇਸ਼ ਕਰਦਾ ਤਜਰਬਾ। ਹਾਂਜੀ, ਤਜਰਬਾ ਜੀ। ਮੇਰੇ ਨਿਗਾਹ ਦੇ ਵਿੱਚ ਇੱਕ ਮਸਲਾ ਆਇਆ ਜੀ। ਸੋ ਮੈਂ ਘਰ ਵੀ ਜਾਣਾ, ਮੈਂ ਆਪਣੀ ਗੱਲ ਨਹੀਂ ਕਰਨਾ, ਜਾਂ ਤੁਸੀਂ ਸਮਝ ਲਓ ਕਿ ਹਨਾ। ਠੀਕ ਹੈ। ਹਾਂਜੀ, ਉਹ ਮਸਲਾ ਕੁਝ ਜਿੱਦਾਂ ਤੁਸੀਂ ਬੋਲਿਆ ਨਾ, ਪਰਿਵਾਰ ਤੋਂ ਬਾਅਦ ਉਹ ਜੀ, ਉਹਦਾ ਵਿਆਹ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਕਰਦਾ? ਉਹਦਾ ਪਰਿਵਾਰ ਜਿਹੜਾ ਆ ਉਹ ਥੋੜਾ ਖਿੰਡ ਗਿਆ। ਸੋ ਇਹ ਜਿਹੜੇ ਮੇਰੀ ਫੈਮਿਲੀ ਮੈਂਬਰ ਆ, ਕੋਈ ਵੀ ਆਪਣੇ ਤਾਂ ਇਹ ਗੱਲ ਨਾ ਲਵੇ, ਕਿਉਂਕਿ ਇਹ ਬੜੀ ਕਰੜੀ ਜਿਹੜੀ ਆ, ਨਹੀਂ ਤਾਂ ਸ਼ਾਮ ਨੂੰ ਰੋਟੀ ਨਹੀਂ ਮਿਲਣੀ। ਹਾਂ, ਸ਼ਾਮ ਨੂੰ ਰੋਟੀ ਨਹੀਂ ਮਿਲਣੀ। ਇਹ ਜਿਹੜਾ ਮਸਲਾ ਸ਼ਾਇਰ ਹਮੇਸ਼ਾ ਉਹਦਾ ਵੀ ਲਿਖਦੇ ਆ, ਉਹ ਜ਼ਰੂਰੀ ਨਹੀਂ ਉਹਦਾ ਨਿੱਜੀ ਹੋਵੇ, ਉਹ ਪਰ ਦੀ ਗੱਲ ਵੀ ਕਰਦੇ, ਪਰ ਦੀ ਗੱਲ ਵੀ ਹੁੰਦੀ ਆ, ਸਮਾਜ ਦੀ ਗੱਲ ਹੁੰਦੀ ਆ, ਪਰ ਇਹ ਕਰੜੇ ਲਫ਼ਜ਼ ਦੇ ਵਿੱਚ ਜਿਹੜੇ ਆ ਉਹ ਵਰਤਦੇ ਆ। ਇਰਸ਼ਾਦ ਹਾਂਜੀ, ਜਿਹੜਾ ਲਾੜਾ ਹੁੰਦਾ ਆ, ਮੁੰਡਾ ਹੁੰਦਾ ਆ, ਉਹਦੇ ਲਈ ਇਹ ਸਟੈਂਜਾ ਹੈ ਜਿਹੜਾ ਜੀ, ਮਾਪਿਓ ਪੁੱਤ ਦਾ ਕਰਨ ਵਿਆਹ, ਪੁੱਤ ਨੂੰ ਪੁੱਤ ਹੀ ਰਹਿਣਾ ਚਾਹੀਦਾ। ਕੀ ਬਾਤ ਹੈ। ਬੰਨੋ ਦਾ ਪੱਲਾ ਛੱਡ ਕੇ ਉਹਨਾਂ ਕੋਲ ਵੀ ਬਹਿਣਾ ਚਾਹੀਦਾ। ਬਹੁਤ ਵਧੀਆ ਜੀ। ਉਂਝ ਤਾਂ ਉੱਚਾ ਬੋਲਣ ਨਾ, ਜੇ ਬੋਲਣ ਸਹਿਣਾ ਚਾਹੀਦਾ ਜੀ। ਮੇਰੇ ਮਾਪਿਓ ਮੇਰੇ ਰੱਬ, ਹਰਪ੍ਰੀਤ ਇਹੀ ਕਹਿਣਾ ਚਾਹੀਦਾ। ਬਹੁਤ ਵਧੀਆ, ਕੀ ਬਾਤ ਹੈ। ਅੱਗੇ ਜਿਹੜੀ ਵਾਈਫ ਵਿਆਹ ਕੇ ਲਿਆਂਦੀ ਆ, ਉਹਨੂੰ ਕੀ ਸਮਝਾਉਣਾ ਆ ਜੀ। ਅੱਜ ਵਿਹੜੇ ਜਿਹੜੇ ਆਈਏ, ਉਹ ਵਿਹੜਾ ਅੱਜ ਤੋਂ ਤੇਰਾ ਏ। ਇਹ ਮਾਤ ਪਿਤਾ ਤੇ ਭੈਣ ਭਾਈ ਜੀ, ਇਹ ਆਖੀ ਟੱਬਰ ਮੇਰਾ ਏ ਜੀ। ਬਹੁਤ ਵਧੀਆ। ਆਪਣੇ ਮਾਈਏ ਬੋਲ ਕੇ ਦੱਸ ਦੇਵੀ, ਜੋ ਵੀ ਦੁੱਖ ਸੁੱਖ ਤੇਰਾ ਏ। ਫਿਰ ਆਖਰੀ ਸਾਥ ਦਊ ਤੇਰੇ ਸਿਰ ਦਾ ਸਾਈਂ ਜਿਹੜਾ ਏ। ਬਹੁਤ ਵਧੀਆ, ਕੀ ਬਾਤ ਹੈ। ਠੀਕ ਹੈ ਜੀ। ਹੁਣ ਜਿਹੜੇ ਮੁੰਡੇ ਦੇ ਪੇਰੈਂਟਸ ਆ, ਉਹਨਾਂ ਲਈ ਕੀ ਆ ਜੀ, ਅੱਜ ਧੀ ਪੁੱਤ ਤਾਂ ਇੱਕ ਹੋ ਗਏ, ਇਹ ਨੂੰਹ ਪੁੱਤ ਨੂੰ ਵੀ ਇੱਕ ਕਰ ਲਓ ਜੀ। ਧੀ ਪੁੱਤ ਆਪਾਂ ਬੜਾ ਕਹਿੰਦੇ ਆ ਕਿ ਧੀ ਪੁੱਤ ਨੂੰ ਇੱਕ ਕਰੋ। ਅੱਜ ਮੰਨਦੇ ਆ, ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਧੀਆਂ ਦੀਆਂ ਲੋੜੀਆਂ ਪੈਣ ਲੱਗ ਗਈਆਂ। ਬਿਲਕੁਲ, ਅੱਜ ਕੱਲ ਧੀ ਪੁੱਤ 'ਚ ਕੋਈ ਫਰਕ ਨਹੀਂਗਾ, ਮੁੰਡਾ ਕੁੜੀ 'ਚ ਕੋਈ ਫਰਕ ਨਹੀਂਗਾ। ਜਿੱਥੇ ਮੁੰਡਾ ਪੜਦਾ ਆ ਉੱਥੇ ਕੁੜੀ ਪੜਦੀ ਆ, ਜਿੱਥੇ ਮੁੰਡਾ ਹੋਸਟਲ ਵਿੱਚ ਰਹਿ ਕੇ ਪੜ ਸਕਦਾ ਆ, ਕੁੜੀ ਵੀ ਪੜ ਸਕਦੀ ਆ। ਕੁੜੀ ਵੀ ਹੋਸਟਲ ਵਿੱਚ ਰਹਿ ਕੇ। ਸਾਡੇ ਸਮਾਜ ਦੀ ਸੋਚ ਬਦਲ ਰਹੀ ਹੈ, ਹੌਲੀ ਹੌਲੀ ਬਹੁਤ ਬਦਲੇਗੀ ਜੀ। ਤੇ ਮੈਂ ਚਾਹੁੰਦਾ ਇਹ ਥੋੜੀ ਜਿਹੀ ਹੋਰ ਬਦਲੇ। ਅਗਲੀ ਲਾਈਨ ਵਿੱਚ ਕੀ ਲਿਖਿਆ ਹੈ? ਇਰਸ਼ਾਦ। ਅੱਜ ਧੀ ਪੁੱਤ ਤਾਂ ਇੱਕ ਹੋ ਗਏ, ਇਹ ਨੂੰਹ ਪੁੱਤ ਨੂੰ ਵੀ ਇੱਕ ਸਮਝੋ, ਇਹ ਵੀ ਤਾਂ ਧੀ ਧਿਆਣੀ ਏ, ਐਵੇਂ ਨਾ ਇਹਨੂੰ ਟਿੱਚ ਸਮਝੋ। ਕੀ ਬਾਤ ਹੈ, ਬਹੁਤ ਵਧੀਆ ਜੀ। ਅਜੇ ਚਾਣੀ ਥੋੜਾ ਘੁਲਣਾ ਏ, ਉਹਨੇ ਤੁਹਾਡੇ ਪਰਿਵਾਰ ਦੇ ਵਿੱਚ ਮਿਲਣਾ ਆ ਜੀ। ਅਜੇ ਚਾਣੀ ਥੋੜਾ ਘੁਲਣਾ ਏ, ਪਹਿਲਾਂ ਚੱਕ ਕੇ ਨਾ ਫਿੱਕ ਸਮਝੋ, ਇਹਨੇ ਪੀੜੀ ਤੁਹਾਡੀ ਤੋੜਨੀ ਹੈ। ਕਿੱਡੀ ਵੱਡੀ ਗੱਲ ਹੈ। ਬਿਲਕੁਲ, ਇਹਨੇ ਪੀੜੀ ਤੁਹਾਡੀ ਤੋੜਨੀ ਹੈ ਜੀ। ਇਹਨੇ ਪੀੜੀ ਤੁਹਾਡੀ ਤੋੜਨੀ ਹੈ, ਇਹਨੂੰ ਸੋਹਣਾ ਜਿਹਾ ਬ੍ਰਿਕ ਸਮਝੋ। ਵਾਹ, ਕੀ ਬਾਤ ਹੈ ਜੀ। ਬਹੁਤ ਅੱਛੀ ਵਧੀਆ ਜੀ। ਹੁਣ ਜਿਹੜੇ ਕੁੜੀ ਦੇ ਪੇਰੈਂਟਸ ਆ, ਉਹਨਾਂ ਲਈ ਕੀ ਆ, ਆ ਜਵਾਈ ਟਣਕਾ ਕੇ ਲੱਭਿਆ ਏ, ਜਵਾਈ ਟਣਕਾ ਕੇ ਲੱਭਿਆ ਏ, ਤਾਂ ਹੀ ਤਾਂ ਮਨ ਨੂੰ ਫੱਬਿਆ ਏ। ਜੇ ਕਾਬਲ ਹੱਥ ਵਿਆਹੀ ਸੀ, ਫਿਰ ਨੱਕ ਬੁੱਲ ਵੱਟ
ਕਿਉਂ ਸੱਦਿਆ ਏ। ਕੀ ਬਾਤ ਹੈ, ਬਹੁਤ ਵਧੀਆ। ਕੁੜੀ ਨੂੰ ਸੱਦ ਲੈਂਦੇ, ਛੱਡ ਕੇ ਆ ਜਾ। ਜੀ ਜੀ। ਅੱਜ ਜਵਾਈ ਟਣਕਾ ਕੇ ਲੱਭਿਆ ਏ, ਤਾਂ ਹੀ ਤਾਂ ਮਨ ਨੂੰ ਫੱਬਿਆ ਏ। ਜੇ ਕਾਬਲ ਹੱਥ ਵਿਆਹੀ ਸੀ, ਫਿਰ ਨੱਕ ਬੁੱਲ ਵੱਟ ਕਿਉਂ ਸੱਦਿਆ ਏ। ਜੀ। ਉਸ ਨਾਲ ਹੀ ਗੰਢਾ ਮਾਰ ਛੇਤੀ, ਉਸ ਨਾਲ ਹੀ ਗੰਢਾ ਮਾਰ ਛੇਤੀ, ਤੂੰ ਪ੍ਰੇਮ ਦਾ ਡੋਰਾ ਵੱਢਿਆ ਏ। ਤੂੰ ਉਹ ਆਪੇ ਸਾਂਭ ਸੰਭਾਲ ਲਓ, ਜਿਹਦੇ ਤੇ ਭਰੋਸਾ ਛੱਡਿਆ। ਬਹੁਤ ਵਧੀਆ, ਕੀ ਬਾਤ ਹੈ। ਹਰਪ੍ਰੀਤ ਜੀ, ਮੈਨੂੰ ਹਨਾ ਜਦੋਂ ਮੈਂ ਛੋਟਾ ਹੁੰਦਾ ਸੀਗਾ, ਵਿਆਹ ਸ਼ਾਦੀਆਂ ਹੁੰਦੇ ਸੀ ਤੇ ਪਿੰਡਾਂ ਦੇ ਵਿੱਚ ਹੀ ਹੁੰਦੇ ਸੀਗੇ ਜੀ। ਇੱਦਾਂ ਦੀਆਂ ਨਾ ਸਿੱਖਿਆ ਦਿੰਦੇ ਹੁੰਦੇ, ਸਿੱਖਿਆ ਪੜ੍ਹਦੀਆਂ ਹੁੰਦੀਆਂ ਸੀ ਕੁੜੀਆਂ ਜਦੋਂ ਲਾਵਾਂ ਦੇ। ਫਿਰ ਮੈਨੂੰ ਉਹ ਦਿਨ ਯਾਦ ਆ ਰਹੇ ਸੀ ਕਿ ਇੱਦਾਂ ਜਿਹੜੀਆਂ ਇਹ ਗੱਲਾਂ ਤੋਰਨ ਵਾਲੇ ਲਾਵਾਂ ਤੋਂ ਬਾਅਦ ਕੁੜੀ ਨੂੰ ਸਿੱਖਿਆ ਦੇ ਤੌਰ ਤੇ ਜਿਹੜੀਆਂ ਪੜ੍ਹੀਆਂ ਜਾਂਦੀਆਂ ਸੀਗੀਆਂ। ਇੱਕ ਕੁੜੀ ਜਾਂ ਉਹਦੀ ਭੈਣ ਜਾਂ ਕੋਈ ਹੋਰ ਰਿਸ਼ਤੇਦਾਰੀ 'ਚ ਪੜ੍ਹਦੀ ਹੁੰਦੀ ਸੀ। ਮੈਨੂੰ ਉਹ ਸਮਾਂ ਯਾਦ ਆ ਰਿਹਾ ਸੀ ਤੁਹਾਡੀ ਗੱਲ ਸੁਣ ਕੇ। ਥੋੜਾ ਸਾਹਿਬ ਇਹ ਜੀ ਸਿੱਖਿਆ ਹੀ ਆ। ਜੀ ਜੀ ਬਿਲਕੁਲ। ਪਰਸਨ ਦੀ ਮੈਂ ਗੱਲ ਕਰਾਂ ਤੇ ਉਹ ਸ਼ਾਇਦ ਇੰਟਰਵਿਊ ਦੇਖੇ, ਜੇਕਰ ਉਹ ਆਪਣੀ ਫੈਮਿਲੀ ਵਿੱਚ ਇੰਨਾ ਕੁ ਕਲਿੱਪ ਸੁਣ ਲਵੇ ਤਾਂ ਮੇਰੇ ਖਿਆਲ ਨਾਲ ਕਿ ਉਹ ਵੈਸੇ ਵੀ ਜਿਹੜਾ ਸਾਹਿਤਕਾਰ ਆ, ਸਾਹਿਤਕਾਰ ਜਿਹੜਾ ਘਰ ਵਸਾ ਵੀ ਦਿੰਦਾ ਹੈ, ਬਹੁਤ ਵਧੀਆ। ਜਿਹੜੀ ਆ ਉਹ ਜਿਹੜੇ ਪਿਆਰ ਮੁਹੱਬਤ ਸ਼ੁਰੂ ਕਰਦਾ ਉਹਦਾ ਸ਼ੀਸ਼ਾ ਹੁੰਦੇ ਆ। ਤੇ ਉਹਦਾ ਫਰਜ਼ ਵੀ ਇਹ ਜਿਹੜਾ ਸਾਹਿਤ ਦਾ ਇਹੀ ਆ, ਜਿਹੜਾ ਮਨੋਰਥ ਵੀ ਇਹੀ ਹੁੰਦਾ ਕਿ ਕਿਤੇ ਨਾ ਕਿਤੇ ਉਹ ਕੰਮ ਆਵੇ ਸਾਹਿਤ ਦੀ ਜ਼ਿੰਦਗੀ ਦੇ ਵਿੱਚ। ਤੇ ਹਰਪ੍ਰੀਤ ਜੀ, ਗੱਲ ਆਪਾਂ ਚੱਲਦੀਆਂ ਤੇ ਕਵਿਤਾ ਦੀ ਵੀ ਗੱਲ ਚੱਲਦੀ ਆ ਨਾਲ। ਅੱਜ ਕੱਲ੍ਹ ਜਿਹੜੀ ਆ ਪੜ੍ਹਾਈ ਵੀ ਹੋ ਗਈ, ਰੋਜ਼ਗਾਰ ਲਈ ਕੀ ਕਰ ਰਹੇ ਹੋ? ਕਿਉਂਕਿ ਪਰਿਵਾਰ ਵਧਿਆ ਹੋਇਆ, ਜ਼ਿੰਮੇਵਾਰੀਆਂ ਵਧੀਆਂ ਆ ਤੇ ਸ਼ਾਦੀ ਵੀ ਹੋ ਗਈ ਆ, ਉਹਦੇ ਲਈ ਖਰਚੇ ਵਰਚੇ ਵੀ ਚਾਹੀਦੇ ਹੁੰਦੇ ਆ। ਪਰਿਵਾਰ ਜਿਹੜਾ ਹੁਣ ਰੋਜ਼ਗਾਰ ਕੀ ਰੱਖਿਆ ਹੋਇਆ ਇਸ ਵੇਲੇ? ਰੋਜ਼ਗਾਰ ਸ਼ੁਰੂ ਤੋਂ ਸ਼ੌਂਕ ਗੁਰਬਾਣੀ ਦੇ ਨਾਲ ਰਿਹਾ ਆ ਜੀ। ਕੀ ਬਾਤ ਹੈ। ਕੀਰਤਨ ਦੇ ਨਾਲ ਰਿਹਾ ਆ, ਸੰਗੀਤ ਦੇ ਨਾਲ ਰਿਹਾ ਆ ਜੀ। ਸੋ ਉਹੀ ਅੱਜ ਸਾਡਾ ਰੋਜ਼ਗਾਰ ਬਣ ਗਿਆ, ਕਿਉਂਕਿ ਜਦੋਂ ਸ਼ੌਂਕ ਤੁਹਾਡਾ ਰੋਜ਼ਗਾਰ ਬਣ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ। ਕੀ ਬਾਤ ਹੈ ਜੀ, ਕੀ ਬਾਤ ਹੈ। ਦਾਸ ਕੀਰਤਨ ਦੀ ਸੇਵਾ ਨਿਭਾ ਰਿਹਾ ਆ ਜੀ। ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ SBBS ਯੂਨੀਵਰਸਿਟੀ ਜਿਹੜੀ ਹੈ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਉੱਥੇ ਆਸਾ ਦੀ ਵਾਰ ਦੀ ਜੋ ਸੇਵਾ ਨਿਭਾ ਰਹੇ ਆ। ਉਹ ਤੋਂ ਬਾਅਦ ਰੂਹਾਨੀਅਤ ਦੇ ਨਾਲ ਜਿਹੜੀ ਲੋਕਾਂ ਨੂੰ ਜੋੜਦੇ ਆ। ਕੀ ਬਾਤ ਹੈ। ਹਰਪ੍ਰੀਤ ਜੀ, ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਆ। ਦਰਸ਼ਕੋ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਵਾਪਸ ਆਏ, ਤੁਸੀਂ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी, पेंसिल्वेनिया, ओहायो, इंडियाना, कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा। नवे ट्रक अते ड्राइवरां नू वधिया रेट, 6 महीने बाद ड्राइवर भरावां नू बोनस, सवेर तो शाम तक लोकल काम करन वाले ड्राइवरां वीरां नू $25 प्रति घंटा। न्यू जर्सी, पेंसिल्वेनिया, ओहायो, इंडियाना, कंटकी वास्ते लोकल काम लई ड्राइवर वीर संपर्क करो। कॉल हैप्पी टिब्बी 609-947-4777। ਮੈਟਾਵਨ ਡੇ ਕੇਅਰ ਸੈਂਟਰ ਇੱਕ ਮੈਡੀਕਲ ਡੇ ਕੇਅਰ ਪ੍ਰੋਗਰਾਮ ਹੈ ਜੋ ਮੈਟਾਵਨ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ। ਇੱਥੇ ਲਾਇਸੈਂਸਸ਼ੁਦਾ ਨਰਸਿੰਗ ਕਰਮਚਾਰੀ, ਲਾਇਸੈਂਸਸ਼ੁਦਾ ਸੋਸ਼ਲ ਵਰਕਰ, ਪ੍ਰਮਾਣਿਤ ਡਾਈਟੀਸ਼ੀਅਨ, ਗਤੀਵਿਧੀਆਂ ਦੇ ਨਿਰਦੇਸ਼ਕ, ਤੁਹਾਡੀ ਸਿਹਤ ਸਥਿਤੀਆਂ ਦੀ ਨਿਗਰਾਨੀ, ਸਰੀਰਕ ਅਤੇ ਕਿੱਤਾਮੁਖੀ ਥੈਰੇਪੀ ਦਾ ਤਾਲਮੇਲ, ਗਰੁੱਪ ਐਕਟੀਵਿਟੀ, ਐਕਸਰਸਾਈਜ਼, ਆਰਟ ਅਤੇ ਹੋਰ ਵੀ ਬਹੁਤ ਕੁਝ। ਤੁਹਾਡੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ, ਡੋਰ ਟੂ ਡੋਰ ਟਰਾਂਸਪੋਰਟੇਸ਼ਨ ਦੀ ਸੁਵਿਧਾ ਦੇ ਨਾਲ ਗਰਮ ਤੇ ਪੌਸ਼ਟਿਕ ਨਾਸ਼ਤਾ ਤੇ ਲੰਚ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਾਡਾ ਸਟਾਫ ਖਰੀਦਦਾਰੀ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ। ਸਾਡੇ ਨਾਲ ਹੇਠ ਲਿਖੇ ਪਤੇ ਤੇ ਸੰਪਰਕ ਕਰੋ।
ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ट्री रोड, इस्लिन, न्यू जर्सी। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 Oak Tree Road, Islin, New Jersey। ਦਰਸ਼ਕੋ, ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਇੱਕ ਵਾਰੀ ਫਿਰ ਸਵਾਗਤ। ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਨੇ ਹਰਪ੍ਰੀਤ ਡੋਲੀ ਜੀ। ਉਹਨਾਂ ਦੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਉਹਨਾਂ ਦੀ ਕਵਿਤਾ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਪੜ੍ਹਾਈ ਲਿਖਾਈ ਬਾਰੇ। ਹਰਪ੍ਰੀਤ ਜੀ, ਗੱਲ ਚੱਲ ਰਹੀ ਸੀ ਆਪਣੀ ਤੁਹਾਡੀ ਰੋਜ਼ਗਾਰ ਬਾਰੇ। ਤੁਸੀਂ ਹੁਣ ਕੀਰਤਨ ਕਰ ਰਹੇ ਹੋ, ਗੁਰੂ ਘਰ ਦੇ ਨਾਲ ਜੁੜੇ ਹੋਏ ਹੋ ਤੇ ਲੋਕਾਂ ਨੂੰ ਵੀ ਜਿਹੜੀ ਆ ਰੂਹਾਨੀਅਤ ਦੀ ਜਿਹੜੀ ਆ ਉਹਦੇ ਨਾਲ ਜੋੜਿਆ ਹੋਇਆ ਹੈ ਗੁਰੂ ਸਾਹਿਬਾਨ ਦੇ ਨਾਲ। ਤੇ ਉਸ ਤੋਂ ਬਾਅਦ ਗੱਲ ਤੁਹਾਡੀ ਆਪਾਂ ਕਵਿਤਾ ਤੇ ਆ ਜਾਂਦੇ ਹਾਂ। ਜਿਹੜੀ ਕਵਿਤਾ ਦੇ ਤੁਹਾਡੇ ਵਿਸ਼ਿਆਂ ਦੀ ਗੱਲ ਕਰਦੇ ਹਾਂ, ਕਿਸ ਕਿਸ ਵਿਸ਼ੇ ਤੇ ਹੁਣ ਤੱਕ ਕਵਿਤਾ ਲਿਖੀ ਆ ਤੇ ਤੁਹਾਡਾ ਮਨਪਸੰਦ ਜਿਹੜਾ ਵਿਸ਼ਾ ਜਿਹੜਾ ਕਿਹੜਾ ਆ? ਜੀ ਮਨਪਸੰਦ ਵਿਸ਼ੇ ਮੈਂ ਦੋ ਕਹਿ ਸਕਦਾ ਆਪਣੀ। ਇੱਕ ਸਭ ਤੋਂ ਪਹਿਲਾਂ ਕੁਦਰਤ ਆ ਜੀ। ਕੁਦਰਤ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਕੁਦਰਤ ਦਾ ਸਾਡੀ ਬਾਡੀ ਤੇ ਸਾਡੇ ਸਰੀਰ ਤੇ ਕੀ ਪ੍ਰਭਾਵ ਆ। ਉਸ ਤੋਂ ਬਾਅਦ ਦੂਜੇ ਤੌਰ ਤੇ ਮੈਂ ਦੇਖਦਾ ਹਾਂ ਸੁਪਨਾ, ਕਿਉਂਕਿ ਜਦੋਂ ਵੀ ਕੋਈ ਸੁਪਨਾ ਦੇਖਦਾ ਹਾਂ ਤਾਂ ਮੇਰਾ ਹੁੰਦਾ ਕਿ ਮੈਂ ਮਨ ਦੇ ਵਿੱਚ ਖਿਆਲ ਜਿਹੜਾ ਸੁਪਨੇ ਦੇ ਵਿੱਚ ਕੋਈ ਨਾ ਕੋਈ ਲਿਖ ਲਵਾਂ, ਯਾਦ ਰਹਿ ਜਾਣ, ਉਹ ਲਿਖ ਲਵਾਂ। ਤੇ ਉਹ ਬਹੁਤ ਵਧੀਆ ਮੇਰੇ ਲਈ ਗੋਡ ਗਿਫਟਡ ਗੱਲ ਆ ਕਿ ਸੁਪਨੇ ਮੈਨੂੰ ਬਹੁਤ ਵਧੀਆ ਆਉਂਦੇ ਆ। ਪੁਰਾਤਨ ਸੁਪਨੇ ਹੋ ਗਏ ਜਾਂ ਕੁਝ ਸੇਧ ਦੇਣ ਵਾਲੇ ਸੁਪਨੇ ਹੋ ਗਏ। ਜੀ ਬਹੁਤ ਵਧੀਆ। ਤੇ ਉਸ ਦੇ ਨਾਲ ਸਮਾਜਿਕ ਵਿਸ਼ਿਆਂ ਤੇ ਵੀ ਲਿਖਿਆ ਹੋਣਾ ਜਾਂ ਹੋਰ ਵਿਸ਼ੇ ਜਿਹੜੇ ਆ, ਕਿਹੜੇ ਵਿਸ਼ੇ ਲਿਖ ਲੇਗਾ ਅੱਜ ਤੱਕ? ਸਮਾਜਿਕ ਜਿੱਦਾਂ ਤੁਹਾਡੇ ਸਾਹਮਣੇ ਪੇਸ਼ ਕੀਤਾ ਆ, ਵਿਆਹ ਤੋਂ ਬਾਅਦ ਇਦਾਂ ਦੇ ਬਿਲਕੁਲ ਗ੍ਰਸਤੀ ਵਾਲੇ ਹੋ ਗਏ। ਤੇ ਦੋਸਤਾਂ ਮਿੱਤਰਾਂ ਤੇ ਕਿਸੇ ਨੇ ਮੈਨੂੰ ਕੋਈ ਆਪਣਾ ਵਾਕਿਆ ਸਾਂਝਾ ਕੀਤਾ ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਨੂੰ ਸੁਣ ਗਿਆ, ਅਗਲੇ ਨੂੰ ਨਹੀਂ ਪਤਾ ਕਿ ਕਿਸ ਲਹਿਜੇ ਨਾਲ ਉਹਨੇ ਸੁਣਾਇਆ, ਕਿ ਮੇਰੇ ਤੇ ਉਹਦਾ ਕੀ ਪ੍ਰਭਾਵ ਹੋਏਗਾ। ਤੇ ਉਹਦੀ ਗੱਲ ਸੁਣ ਕੇ ਤਾਂ ਮੈਨੂੰ ਹੁੰਦਾ ਮੈਂ ਲਿਖ ਦਵਾਂ ਕਵਿਤਾ ਜਿਹੜੀ ਉੱਥੇ ਉਪਜ ਜਾਂਦੀ ਹੈ, ਬਣ ਜਾਂਦੀ ਹੈ। ਤੇ ਦਰਸ਼ਕੋ, ਕੱਲ ਇੱਕ ਵਿਸ਼ੇਸ਼ ਦਿਨ ਆ ਮਦਰ ਡੇ, ਮਾਤਾ ਦੇ ਸਾਡੀ ਮਾਤਾ ਦਾ ਦਿਨ ਆ, ਜਿਹੜਾ ਮਾਵਾਂ ਦਾ ਦਿਨ ਆ। ਤੇ ਹਰਪ੍ਰੀਤ ਜੀ, ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਜਿੱਥੇ ਤੱਕ ਯਾਦ ਆ, ਮੈਂ ਇੱਕ ਵਾਰ ਤੁਹਾਡੇ ਕੋਲ ਮੂੰਹੋਂ ਨਾ ਸੁਣੀ ਸੀ ਕਵਿਤਾ ਮਾਂ ਦੀ, ਜਿਹੜੀ ਮਾਂ ਦੇ ਨਾਲ ਸੰਬੰਧਿਤ ਸੀਗੀ। ਤੇ ਇੱਕ ਮੌਕਾ ਵੀ ਆ, ਕੱਲ ਨੂੰ ਮਦਰ ਡੇ ਆ, ਤੇ ਮੈਂ ਚਾਹੁੰਦਾ ਕਿ ਆਪਣੇ ਦਰਸ਼ਕਾਂ ਨਾਲ ਤੁਹਾਡੀ ਉਹ ਕਵਿਤਾ ਜਿਹੜੀ ਸਾਂਝੀ ਕਰ ਲਈ ਜਾਵੇ। ਤੇ ਉਹ ਜੇ ਹੈ ਯਾਦ ਆ ਜਾਂ ਲਿਖੀ ਹੋਈ ਡਾਇਰੀ ਦੇ ਵਿੱਚ, ਆਪਾਂ ਆਪਣੇ ਦਰਸ਼ਕਾਂ ਨਾਲ, ਬਾਜ ਟੀਵੀ ਦੇ ਦਰਸ਼ਕਾਂ ਨਾਲ ਉਹ ਜਿਹੜੀ ਕਵਿਤਾ ਸਾਂਝੀ ਕਰਦੇ ਆ। ਕੱਲ ਨੂੰ ਮਦਰ ਡੇ, ਮੌਕਾ ਵੀ ਆ, ਮਾਹੌਲ ਵੀ ਆ ਅੱਜ। ਜੀ ਕਿਆ ਬਾਤ ਹੈ। ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਬਾਜ ਟੀਵੀ ਵੱਲੋਂ, ਇਹ ਤੁਹਾਡੇ ਵੱਲੋਂ ਜੀ ਗੱਲ ਹੋ ਗਈ ਜੀ ਕਿ ਮਦਰਸ ਡੇ ਤੇ ਇੰਨਾ ਵਧੀਆ, ਇੰਨਾ ਪੁਖਤਾ ਜੀ, ਇੰਨਾ ਸਾਂਝੀਦਾ, ਇੰਨਾ ਪਵਿੱਤਰ ਰਿਸ਼ਤਾ ਆ। ਸੋ ਉਹਦੇ ਤੇ ਬੋਲਣ ਦਾ, ਲਿਖਣ ਦਾ ਮੈਨੂੰ ਮੌਕਾ ਮਿਲਿਆ। ਸੋ ਕਿਉਂਕਿ ਮਾਂ ਦਾ ਜਿਹੜਾ ਦੇਣ ਆ, ਜਿਹੜਾ ਕਰਜ਼ ਆ, ਉਹ ਦਿੱਤਾ ਨਹੀਂ ਜਾ ਸਕਦਾ ਕਿਤੇ ਵੀ, ਭਾਵੇਂ ਕਿਸੇ ਵੀ ਜਨਮ ਦੇ ਵਿੱਚ ਹੋਵੇ। ਉਹ ਕਈ ਜਨਮ ਲੈਣ ਤੋਂ ਬਾਅਦ ਵੀ ਆਪਣਾ ਜਿਹੜਾ ਬੱਚਾ ਆ, ਉਹਦਾ ਜਿਹੜਾ ਕਰਜ਼ ਨਹੀਂ ਉਤਾਰ ਸਕਦਾ। ਮਾਂ ਜਿਹੜਾ ਇੱਕ ਰੱਬ ਤੋਂ ਬਾਅਦ ਇੱਕ ਐਸਾ ਪੂਜਣਯੋਗ ਜਿਹੜਾ ਰਿਸ਼ਤਾ ਆ ਕਿ ਕਹਿ ਲਓ ਕਿ ਉਹ ਜਿਹੜਾ ਕਿ ਮਾਂ ਤੋਂ ਬਾਅਦ ਹੋਰ ਅੱਗੇ ਕੁਝ ਵੀ ਨਹੀਂ ਕਰ ਕੋ। ਤੇ ਆਪਾਂ ਮਾਂ ਦੇ ਵਿਸ਼ੇ ਦੇ ਨਾਲ ਸੰਬੰਧਿਤ ਹਰਪ੍ਰੀਤ ਹੁਣਾਂ ਕੋਲ ਇੱਕ ਕਵਿਤਾ ਸੁਣਦੇ ਆ, ਤੇ ਕੱਲ ਨੂੰ ਮਦਰ ਡੇ ਦੇ ਲਈ ਇਹ ਸਪੈਸ਼ਲ। ਜੀ ਜਿੱਦਾਂ ਮੈਂ ਸੁਪਨੇ ਦੀ ਪਹਿਲਾਂ ਗੱਲ ਕੀਤੀ ਕਿ ਮੱਦੇ ਨਜ਼ਰ ਰੱਖ ਕੇ ਲਿਖਦਾ ਆ, ਸੋ ਇਦਾਂ ਦੀ ਇੱਕ ਨਜ਼ਮ ਹੈ, ਮਾਵਾਂ ਮਿਲਦੀਆਂ ਨਾਲ ਸੰਜੋਗਾਂ। ਕੀ ਬਾਤ ਹੈ ਜੀ, ਕੀ ਬਾਤ ਹੈ। ਥੋੜਾ ਗੌਰ ਕਰਨਾ, ਥੋੜੀ ਲੰਬੀ ਵੀ ਹੋ ਸਕਦੀ ਹੈ। ਜੀ ਰਾਤ ਮੈਂ ਨੀਂਦਰ 'ਚ ਇੱਕਦਮ ਘਬਰਾਇਆ, ਸਰੀਰ 'ਚ ਇੱਕਦਮ ਤਲਖੀ ਉੱਠੀ, ਮੈਂ ਜਾਗ ਉੱਠਿਆ। ਜਿਉਂ ਹੀ ਮੈਂ ਜਾਗਿਆ, ਅੱਖ ਮੇਰੀ ਖੁੱਲੀ, ਜਦ ਅੱਖ ਮੇਰੀ ਖੁੱਲੀ, ਮੇਰੇ ਸਾਹਮਣੇ ਇੱਕ ਫਰਿਸ਼ਤਾ ਆਣ ਖਲੋਤਾ। ਤੱਕ ਉਸ ਫਰਿਸ਼ਤੇ ਨੂੰ ਮੈਂ ਅੰਦਰੀ ਘਬਰਾਇਆ, ਤੇਜ ਨੂਰ ਉਹਦੇ ਹੱਥ ਗੁਰਜ, ਨਾ ਲੱਭੇ ਉਹਦਾ ਸਾਇਆ। ਹਿੰਮਤ ਕਰ, ਘਬਰਾਏ ਨਹੀਂ ਮੈਂ, ਉਸ ਨੂੰ ਆਖਰ ਬੁਲਾਇਆ, ਦੱਸ ਵੇ ਮੈਨੂੰ, ਮੈਂ ਤੈਨੂੰ ਪੁੱਛਾਂ, ਇਹ ਕੀ ਖੇਡ ਰਚਾਇਆ। ਕੀ ਬਾਤ ਹੈ। ਆਖਿਆ ਫਰਿਸ਼ਤੇ, ਸੁਣਵੇ ਮੁੰਡਿਆ, ਮੈਂ ਭੇਜਿਆ ਧਰਮਰਾਜ ਦਾ ਆਇਆ। ਧਰਮਰਾਜ ਨੇ ਵਿੱਚ ਕਚਹਿਰੀ ਹੈ ਮੌਤ ਦਾ ਹੁਕਮ ਸੁਣਾਇਆ, ਬਸ ਉਸੇ ਹੀ ਹੁਕਮ ਦਾ ਵੱਜਿਆ, ਮੈਂ ਤੇਰੀ ਮਾਂ ਨੂੰ ਲੈਣ ਹਾਂ ਆਇਆ। ਅੱਜ ਤੋਂ ਬਾਅਦ ਤੈਨੂੰ ਮਾਂ ਆਪਣੀ ਦਾ ਨਾ ਲੱਭਣਾ ਕਦੀ ਵੀ ਸਾਇਆ।
ਉਹ ਰੋਂਦੀਆਂ ਅੱਖਾਂ ਸਿਸਕਦੇ ਬੁੱਲਾਂ ਚੋਂ ਮੈਂ ਹੱਥ ਜੋੜ ਫਰਮਾਇਆ ਜੀ ਦੱਸ ਵੇ ਫਰਿਸ਼ਤੇ ਰਸਤਾ ਕੋਈ ਕਿਵੇਂ ਮਾਂ ਨੂੰ ਜਾਵੇ ਬਚਾਇਆ। ਬਹੁਤ ਵਧੀਆ। ਰੂਹ ਖਿਲੀ ਉਸ ਨੂੰ ਆਖਿਆ ਸੁਣ ਰਸਤਾ ਨਿਕਲ ਆਇਆ। ਉਹ ਤੂੰ ਇੰਜ ਕਰ ਮੇਰਾ ਦੀਪ ਬੁਝਾ ਮੇਰੀ ਮਾਂ ਦਾ ਦੀਪ ਜਗਾਇਆ। ਕੀ ਬਾਤ ਹੈ। ਅੱਗੋਂ ਹੱਸ ਫਰਿਸ਼ਤਾ ਬੋਲਿਆ ਆ ਜੋ ਸੌਦਾ ਤੂੰ ਹੁਣ ਕਰਦਾ ਏ ਮਾਂ ਤੇਰੀ ਨੇ ਇਹ ਸੌਦਾ ਤੇਥੋਂ ਪਹਿਲਾਂ ਹੀ ਮੁਕਾਇਆ ਜੀ। ਉਹ ਸੁਣ ਕਮਲਿਆ ਮੈਂ ਤੈਨੂੰ ਨਹੀਂ ਸੱਚ ਤੇਰੀ ਮਾਂ ਨੂੰ ਲੈਣ ਸਾਂ ਆਇਆ। ਕੀ ਬਾਤ ਹੈ ਜੀ। ਸੱਚ ਤੇਰੀ ਮਾਂ ਨੂੰ ਨਹੀਂ ਤੈਨੂੰ ਲੈਣ ਸਾਂ ਆਇਆ ਜੀ। ਪਰ ਮਾਂ ਤੇਰੀ ਨੇ ਤੈਨੂੰ ਬਚਾ ਕੇ ਆਪਣਾ ਆਪ ਗਵਾਇਆ ਜੀ। ਹਰਪ੍ਰੀਤ ਲਖਾਰੀ ਸੱਚ ਆਖਾਂ ਮੈਂ ਤਾਂ ਸਹਿਮ ਗਿਆ ਸੁਣ ਗੱਲ ਇੰਨੀ ਤੇ ਆਖਿਆ ਇਹ ਮਾਵਾਂ ਮਿਲਦੀਆਂ ਨਾਲ ਸੰਜੋਗਾਂ ਜਦ ਅੱਖ ਮੇਰੀ ਖੁੱਲੀ ਮੇਰੇ ਸਾਹਮਣੇ ਫਰਿਸ਼ਤਾ ਆਨ ਖਲੋਤਾ ਰਿਸ਼ਤਾ। ਕੀ ਬਾਤ ਹੈ। ਮਾਂ ਨੂੰ ਸਮਰਪਿਤ ਜਿਹੜੀ ਕਵਿਤਾ ਬਹੁਤ ਸੋਹਣੀ ਸੀ ਕਵਿਤਾ ਹੈ ਤੁਹਾਡੀ ਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਬੇਪਸੰਦ ਆਈ ਹੋਵੇਗੀ। ਇਹਦੇ ਨਾਲ ਜੁੜੀ ਹੋਈ ਮੈਂ ਵੀ ਇੱਕ ਦੋ ਸਤਰਾਂ ਕਹਿੰਦਾ ਕਿ ਜਿਹੜੇ ਅੱਜ ਕੱਲ ਮਾਹੌਲ ਆ ਮਾਪਿਆਂ ਨੂੰ ਜਿਹੜੇ ਬੱਚੇ ਆ ਉਹ ਇੰਨੇ ਸਤਿਕਾਰ ਪਿਆਰ ਨਾਲ ਨਹੀਂ ਦੇਖਦੇ ਤੇ ਜੇ ਮੈਂ ਇੱਕ ਜਿਹੜੀਆਂ ਸੁਣੀਆਂ ਸੁਣਾਈਆਂ ਜਿਹੜੀਆਂ ਸਤਰਾਂ ਸਾਂਝੀਆਂ ਕਰਨੀਆਂ ਚਾਹਾਂਗਾ। ਕਹਿੰਦਾ ਜਦੋਂ ਅਸੀਂ ਛੋਟੇ ਸੀ ਤਾਂ ਲੜਦੇ ਸੀ ਮਾਂ ਮੇਰੀ ਹੈ ਮਾਂ ਮੇਰੀ ਹੈ ਮਾਂ ਮੇਰੀ ਹੈ। ਹੁਣ ਅਸੀਂ ਵੱਡੇ ਹੋ ਗਏ ਹਾਂ ਅਸੀਂ ਲੜਦੇ ਵੀ ਹੋਣਾ ਹੁਣ ਅਸੀਂ ਵੱਡੇ ਹੋ ਗਏ ਹਾਂ ਅਸੀਂ ਹੁਣ ਵੀ ਲੜਦੇ ਹਾਂ ਪਰ ਨਜ਼ਰੀਆ ਬਦਲ ਗਿਆ ਹੈ ਹੁਣ ਅਸੀਂ ਕਹਿੰਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ ਮਾਂ ਤੇਰੀ ਹੈ। ਸੋ ਦਰਸ਼ਕੋ ਮਾਂ ਦਾ ਜਿਹੜਾ ਦੇਣ ਆ ਉਹ ਦਿੱਤਾ ਨਹੀਂ ਜਾ ਸਕਦਾ ਕਿਤੇ ਵੀ। ਉਹਦੀ ਜਿਹੜੀ ਆ ਪੂਜਣ ਆ ਜਿਹੜਾ ਉਹਦਾ ਪੂਜਾ ਰੱਬ ਤੋਂ ਵੀ ਵੱਡੀ ਉਹਦੀ ਥਾਂ ਆ। ਤੇ ਆਪਾਂ ਹਰਪ੍ਰੀਤ ਜੀ ਗੱਲਾਂ ਬਹੁਤ ਨੇ ਕਵਿਤਾ ਵੀ ਤੁਹਾਡੀਆਂ ਬਹੁਤ ਨੇ ਜਿਹੜੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ ਪਰ ਹੁਣ ਇੱਕ ਆਪਾਂ ਜਾਂਦੇ ਜਿਹੜੀ ਤੁਹਾਡੀ ਪਸੰਦ ਦੀ ਕਵਿਤਾ ਤੁਸੀਂ ਸੁਣਾਉਂਦੇ ਚਾਹੁੰਦੇ ਆਪਾਂ ਦਰਸ਼ਕਾਂ ਨੂੰ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇਜਾਜ਼ਤ। ਜਿਹੜੀ ਤੁਹਾਡੀ ਮਨ ਪਸੰਦ ਦੀ ਕਵਿਤਾ ਇੱਕ ਸੁਣਾ ਦਿਓ। ਹਾਂਜੀ ਜੀ। ਇਹ ਮੈਂ ਇਹ ਨਜ਼ਮ ਰਾਤ ਹੀ ਲਿਖੀ ਤਕਰੀਬਨ 1:30 ਵਜੇ ਜਦੋਂ ਅੱਖ ਖੋਲਦੀ ਆ ਜੀ। ਸੋ ਕੋਸ਼ਿਸ਼ ਕਰੀਦਾ ਲਿਖੀਦਾ ਆ ਜੀ। ਸੋ ਪਹਿਲਾਂ ਤੁਸੀਂ ਪੁੱਛਿਆ ਸੀ ਕਿਤਾਬਾਂ ਬਾਰੇ ਕੁਐਸਚਨ ਪੁੱਟ ਕੀਤਾ ਸੀ ਮੈਂ ਉੱਥੇ ਆਉਣਾ ਆ ਜੀ। ਸੋ ਉਸ ਤਰ੍ਹਾਂ ਦੀ ਕਿਤਾਬਾਂ ਕਿੰਨੀਆਂ ਕੁ ਪੜ੍ਹਦੇ ਆ ਕਿੱਦਾਂ ਆ ਸਿਰਹਾਣੇ ਥੱਲੇ ਕਈ ਵੇਲੇ ਰੱਖ ਲਈ ਦੀ ਬਿਲਕੁਲ ਜੀ। ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ ਪਈ। ਇਹ ਰਾਤ ਹੀ ਲਿਖਿਆ ਸੀ। ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ ਪਈ ਬੜੀ ਸੋਹਣੀ ਉਹਨੇ ਮੈਨੂੰ ਗੱਲ ਇੱਕ ਕਹੀ ਜੀ। ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ ਪਈ ਬੜੀ ਸੋਹਣੀ ਉਹਨੇ ਮੈਨੂੰ ਗੱਲ ਇੱਕ ਕਹੀ। ਤੱਕਿਆ ਤਾਂ ਕਰ ਮੈਨੂੰ ਚੁੱਕਿਆ ਤਾਂ ਕਰ ਮੈਨੂੰ ਖੜਿਆ ਤਾਂ ਕਰ ਮੈਨੂੰ ਪੜਿਆ ਤਾਂ ਕਰ ਮੈਨੂੰ ਤੇ ਮੈਂ ਤੇਰੇ ਸਿਰਹਾਣੇ ਥੱਲੇ ਅੱਕੀ ਜਈ ਪਈ। ਕੀ ਬਾਤ ਹੈ। ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ ਪਈ ਜੀ। ਗਿਆਨ ਵਿੱਚ ਵਾਧਾ ਕਰੂੰ ਤੇਰੇ ਲਈ ਮੈਂ ਢਾਲ ਬਣੂ ਰਾਜ ਵੀ ਕਰਾਉਂਗੀ ਤਾਜ ਵੀ ਪਵਾਉਂਗੀ ਮੂਰਖਾਨਾ ਰੱਦੀ ਵਾਂਗ ਮੈਨੂੰ ਰੋਲ ਦੇਈ। ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ ਪਈ ਜੀ। ਬੜਾ ਕੁਝ ਸੁਣਿਆ ਮੈਂ ਬੜਾ ਕੁਝ ਬੁਣਿਆ ਮੈਂ ਬੜਾ ਕੁਝ ਸੁਣਿਆ ਮੈਂ ਬੜਾ ਕੁਝ ਬੁਣਿਆ ਮੈਂ ਬੜਾ ਕੁਝ ਹੱਲ ਕੀਤਾ ਦੇਖ ਤੇਰੇ ਵੱਲ ਕੀਤਾ। ਕੀ ਬਾਤ ਹੈ। ਬਹੁਤ ਅੱਛੇ। ਬੜਾ ਕੁਝ ਹੱਲ ਕੀਤਾ ਦੇਖ ਤੇਰੇ ਵੱਲ ਕੀਤਾ ਤੇਰੇ ਲਈ ਮੈਂ ਕਲਮ ਦੀ ਪੀੜ ਵੀ ਸਹੀ ਸਿਰਹਾਣੇ ਥੱਲੇ ਰੱਖੀ ਮੈਂ ਕਿਤਾਬ ਬੋਲ। ਕੀ ਬਾਤ ਹੈ। ਬਹੁਤ ਅੱਛੇ ਜੀ। ਇੰਨਾ ਕੁਝ ਪੜ ਲੈ ਤੂੰ ਕੁਝ ਜ਼ਿੰਦਗੀ ਚ ਕਰ ਲੈ ਤੂੰ ਇੰਨਾ ਕੁਝ ਪੜ ਲੈ ਤੂੰ ਕੁਝ ਜ਼ਿੰਦਗੀ ਚ ਕਰ ਲੈ ਤੂੰ ਜੇ ਤੂੰ ਅੱਜ ਮੈਨੂੰ ਪੜੂ ਜੇ ਤੂੰ ਅੱਜ ਮੈਨੂੰ ਪੜੂ ਕੱਲ ਕੋਈ ਤੈਨੂੰ ਪੜੂ। ਜਾ ਕੀ ਬਾਤ ਹੈ। ਜੇ ਤੂੰ ਅੱਜ ਮੈਨੂੰ ਪੜੂ ਕੱਲ ਕੋਈ ਤੈਨੂੰ ਪੜੂ। ਬਹੁਤ ਵਧੀਆ ਗੱਲ ਹੈ। ਹਾਂ ਜੀ। ਹਰਪ੍ਰੀਤ ਜੇ ਬਣ ਗਏ ਨੇ ਡਾਕਟਰ ਕਹੀ ਸਿਰਹਾਣੇ ਥੱਲੇ ਰੱਖੀ ਕਿਤਾਬ ਬੋਲ ਪਈ। ਕੀ ਬਾਤ ਹੈ ਜੀ। ਸਿਰਹਾਣੇ ਥੱਲੇ ਰੱਖੀ। ਹਰਪ੍ਰੀਤ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਇਸ ਤਰ੍ਹਾਂ ਹੀ ਤੇ ਆਪਾਂ ਜਾਂਦੇ ਆਪਣੇ ਹਮ ਉਮਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੇ ਉਹ ਆਪਾਂ 1-2 ਸਕਿੰਟਾਂ ਦੇ ਵਿੱਚ ਆਪਾਂ ਜਿਹੜਾ ਸਮਾਂ ਆਪਾਂ ਕੋਲ ਸੀਮਿਤ ਆ ਜੀ। ਆਪਾਂ ਸਿੱਧੀ ਨਜ਼ਮ ਦੀ ਗੱਲ ਕਰਦੇ ਆ। ਇਸ ਵਿਸ਼ੇ ਤੇ ਵੀ ਮੈਂ ਨਜ਼ਮ ਲਿਖੀ ਹੈ ਜੀ। ਨਵੀਆਂ ਕਲਮਾਂ ਵਾਲੜਿਓ ਤਵੱਜੋ ਦੇ ਸੁਣਿਓ ਹੁਣ ਜੋ ਤੁਸੀਂ ਕਲਮ ਨਾਲ ਤਾਣਾ ਬਾਣਾ ਬੁੜਨਾ ਏ ਜਰੀ ਗੌਰ ਨਾਲ ਬੁਣਿਓ ਜੀ। ਨਵੀਆਂ ਕਲਮਾਂ ਵਾਲੜਿਓ ਤਵੱਜੋ ਦੇ ਸੁਣਿਓ ਜੀ। ਕਲਮ ਰਾਹੀਂ ਉਸ ਸੱਚੇ ਰੱਬ ਦੇ ਬੋਲ ਉਘੇੜ ਸੁਣਾਵੋ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਐਵੇਂ ਬਾਤਾਂ ਜਈਆਂ ਨਾ ਪਾਵੋ ਜੀ।
ਮੈਨੂੰ ਤਾਂ ਇੰਜ ਲੱਗਦਾ ਇਲਾਹੀ ਬੋਲ ਹੁਣ ਰੁੜਿਓ, ਨਵੀਆਂ ਕਲਮਾਂ ਬਾਲੜਿਓ, ਤਵੱਜੋ ਦੇ ਸੁਣਿਓ। ਕੀ ਬਾਤ ਹੈ, ਬਹੁਤ ਅੱਛੇ। ਅੱਜ ਦਾ ਜੋ ਸ਼ਾਇਰ ਆ ਉਹ ਕੀ ਕਰ ਰਿਹਾ ਆ, ਉਹ ਇਸ ਅੰਤਰੇ ਦੇ ਵਿੱਚ ਹੈ, ਆਪਣੇ ਹੱਥੀ ਆਪਣੇ ਵਿਰਸੇ ਦੇ ਕੱਪੜੇ ਨਾ ਤੁਸੀਂ ਲਾਵੋ, ਗਲਾ ਘੁੱਟ ਕੇ ਮਾਂ ਬੋਲੀ ਦਾ ਨਾ ਮਾਤਮ ਦਾ ਹਾਰ ਪਾਵੋ ਜੀ, ਇਕੱਠੇ ਕਰਕੇ ਝੋਲੀ ਪਾ ਲਓ, ਬੋਲ ਜੇ ਜਾਂਦੇ ਰੁੜਿਓ, ਨਵੀਆਂ ਕਲਮਾਂ ਬਾਲੜਿਓ, ਤਵੱਜੋ ਦੇ ਸੁਣਿਓ ਜੀ। ਸਦਕੇ ਬੁੱਲੇ ਸ਼ਾਹ ਵਰਗਿਆਂ ਦੇ, ਸਦਕੇ ਬੁੱਲੇ ਸ਼ਾਹ ਵਰਗਿਆਂ ਦੇ, ਜੋ ਯਾਰ ਯਾਰ ਸੀ ਕਰਦੇ, ਉੱਚੀ ਸੁੱਚੀ ਸੋਚ ਰੱਖ ਸੀ ਯਾਰ ਦੇ ਕਦਮਾਂ ਉੱਤੇ ਸਿਰ ਧਰਦੇ, ਸ਼ਿਵ ਪਾਤਰ ਪੂਰਨ ਫਰੀਦ ਕਬੀਰ, ਸ਼ਿਵ ਪਾਤਰ ਪੂਰਨ ਫਰੀਦ ਕਬੀਰ ਸੀ, ਅੱਲਾ ਨਾਲ ਉਹ ਜੁੜਿਓ, ਨਵੀਆਂ ਕਲਮਾਂ ਵੱਲੜਿਓ, ਤਵੱਜੋ ਦੇ ਸੁਣੋ। ਬਹੁਤ ਵਧੀਆ। ਹਰ ਪ੍ਰੀਤ ਤੂੰ ਵੀ ਭੋਲਾ ਭਾਲਾ, ਹਰ ਪ੍ਰੀਤ ਤੂੰ ਵੀ ਭੋਲਾ ਭਾਲਾ, ਤੂੰ ਐਵੇਂ ਬੋਲੀ ਜਾਂਦਾ, ਤੂੰ ਸੋਚ ਕੀ ਲਿਖਦਾ ਪੜਦਾ ਤੇ ਕਿੰਨਾ ਕੁ ਨਾਮ ਤੇ ਆਂਦਾ, ਤੂੰ ਵੀ ਤਾਂ ਫੜ ਜ਼ਹਿਮਤ ਕਰਕੇ, ਤੂੰ ਵੀ ਤਾਂ ਫੜ ਜ਼ਹਿਮਤ ਕਰਕੇ, ਅਲਫਾਜ਼ ਜੋ ਜਾਂਦੇ ਰੁੜਿਓ ਜੀ, ਨਵੀਆਂ ਕਲਮਾਂ ਵੱਲੜਿਓ, ਤਵੱਜੋ ਦੇ ਸੁਣਿਓ। ਕੀ ਬਾਤ ਹੈ, ਬਹੁਤ ਵਧੀਆ ਸੰਦੇਸ਼ ਤੁਸੀਂ ਕਵਿਤਾ ਦੇ ਵਿੱਚ ਦਿੱਤਾ। ਹਰਪ੍ਰੀਤ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਬਾਜ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸ਼ੁਕਰਾਨੇ ਤੁਹਾਡੇ ਜੀ, ਜਿਨ੍ਹਾਂ ਨੇ ਐਡਾ ਵੱਡਾ ਮੌਕਾ ਦਿੱਤਾ ਜੀ। ਤੇ ਦਰਸ਼ਕੋ, ਹੁਣ ਲੈਂਦੇ ਆ ਇਜਾਜ਼ਤ। ਹੁਣ ਅਗਲੇ ਹਫਤੇ ਫਿਰ ਮਿਲਾਂਗੇ ਇੱਕ ਖਾਸ ਮੁਲਾਕਾਤ ਲੈ ਕੇ ਕਿਸੇ ਖਾਸ ਸ਼ਖਸੀਅਤ ਨਾਲ। ਹੁਣ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।